नमस्कार। देश दुनिया च SDT प्राइम देख रहे सारे दर्शकों का स्वागत। मैं हाँ शमी डाबर। दोस्तों अज असी लैके आए हैं तुहाडे लई एक बहुत ही खास प्रोग्राम। 2 गज की दूरी पर मास्क है जरूरी। समझ गए हो कि करोना के उत्ते करोना की स्थिति दिन ब दिन विगड़ती जा रही है, लेकिन हैरानी की गल है कि ना तो कोई राजनीतिक पार्टी ते ना ही आम जनता इस विगड़ रही हालत को समझ रहे हैं। लोग अपनी गलों सच्चे ने तो सरकार अपनी गलों सच्ची है, तो केवल उपदेश दे के या एक एडवरटाइजमेंट दे के या बंद कमरे के एक नोटिफिकेशन करके सरकार अपना फर्ज पूरा कर रही है। दूसरे पासे लोग कहते हैं जो सरकार फर्ज पूरा कर दी तो सानू की है, असं भी फर्ज पूरा करते हैं। बेरोक टोक ना किते देखा जाए तो जी है वो 2 गज की दूरी है, तो ना ही किते मास्क दिखाई दे रहे हैं किसी के चेहरे के उत्ते। आम रैलियां, आम सभावां, आम धार्मिक समागम किए जा रहे हैं तो लोग ਇੰਨੀ ਤੇਜ਼ੀ ਦੇ ਨਾਲ ਕਰੋਨਾ ਦੀ ਚਪੇਟ 'ਚ ਆ ਰਹੇ ਨੇ ਕਿ ਪਿਛਲੇ 24 ਘੰਟਿਆਂ ਦੇ ਵਿੱਚ 2,60,000 ਮਰੀਜ਼ ਜਿਹੜੇ ਆ ਉਹ ਕਰੋਨਾ ਪੋਜ਼ਿਟਿਵ ਹੋ ਚੁੱਕੇ ਨੇ। ਕਰੋਨਾ ਦੀ ਦੂਸਰੀ ਸਟੇਜ ਕਿੰਨੀ ਕੁ ਭਾਰੀ ਹੈ, ਅੱਜ ਅਸੀਂ ਕਰਾਂਗੇ ਗੱਲ ਇੱਕ ਡਾਕਟਰ ਸਾਹਿਬ ਨਾਲ, ਤੇ ਇਸ ਦੇ ਨਾਲ ਕਿਸ ਤਰ੍ਹਾਂ ਹੋ ਸਕਦਾ ਹੈ ਬਚਾਓ, ਇਹ ਵੀ ਗੱਲ ਕਰਾਂਗੇ ਇੱਕ ਬਹੁਤ ਹੀ ਉੱਘੇ ਰਿਪੋਰਟਰ ਦੇ ਨਾਲ। ਤੇ ਪਹਿਲੇ ਉਹਨਾਂ ਨਾਲ ਤੁਹਾਡੀ ਮੈਂ ਵਾਕਫੀਅਤ ਕਰਾ ਦਾਂ। ਮੇਰੇ ਨਾਲ ਨੇ ਡਾਕਟਰ ਅਸ਼ੋਕ ਸ਼ਰਮਾ ਜੋ ਕਿ ਡਿਪਟੀ ਸਿਵਲ ਸਰਜਨ ਦੇ ਤੌਰ ਤੇ ਪੰਜਾਬ ਸਰਕਾਰ ਦੇ ਵਿੱਚੋਂ ਰਿਟਾਇਰਡ ਹੋਏ ਨੇ, ਤੇ ਦੂਸਰੇ ਮਹਿਮਾਨ ਨੇ ਗੁਰਪ੍ਰੀਤ ਗਰੇਵਾਲ ਜੋ ਕਿ ਬਹੁਤ ਹੀ ਉੱਘੇ ਸਮਾਜ ਸੇਵੀ ਪੱਤਰਕਾਰ ਨੇ ਤੇ ਇਲਾਕੇ ਦੀਆਂ ਬਹੁਤ ਹੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਰਕਾਰੀ ਦਰਬਾਰ ਪਹੁੰਚਾਉਂਦੇ ਨੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। दोस्तों प्रोग्राम शुरू करिए कि करोना कितना खतरनाक है। असी लोग कह तो दिंदे कि करोना है नहीं, पर मैं एक घटना, सच्ची घटना तो अज का यह प्रोग्राम शुरू करन जा रहा। 2006-7 ਦੇ ਵਿੱਚ ਜਦੋਂ PTC ਚੈਨਲ ਸ਼ੁਰੂ ਹੋਇਆ ਸੀ ਤਾਂ ਮੈਂ PTC ਚੈਨਲ ਜੁਆਇਨ ਕੀਤਾ ਤਾਂ ਉੱਥੇ ਮੇਰੇ ਨਾਲ ਹੀ ਕੰਮ ਕਰਦੇ ਸਨ ਦਵਿੰਦਰਪਾਲ ਸਿੰਘ। ਬਹੁਤ ਹੀ ਵਧੀਆ ਪੱਤਰਕਾਰ ਸਨ, ਹਸਮੁਖ ਸਨ, ਬਹੁਤ ਹੀ ਜ਼ਿੰਦਾ ਦਿਲ ਇਨਸਾਨ ਸਨ। ਲੇਕਿਨ ਪਿਛਲੇ ਸਾਲ ਜਦੋਂ ਕਰੋਨਾ ਆਇਆ ਤਾਂ ਉਹ ਕਰੋਨਾ ਦੀ ਚਪੇਟ ਦੇ ਵਿੱਚ ਆ ਗਏ। ਕਰੋਨਾ ਦੀ ਚਪੇਟ ਦੇ ਵਿੱਚ ਆ ਕੇ ਸਾਡੇ ਕੋਲੋਂ ਪਰਮਾਤਮਾ ਨੇ ਇੱਕ ਅਜਿਹਾ ਪੱਤਰਕਾਰ ਖੋਲ੍ਹਿਆ ਜਿਹੜਾ ਸੱਚਮੁੱਚ ਜ਼ਿੰਦਾ ਦਿਲ ਸੀ। ਭਾਵ ਪਿਛਲੇ ਸਾਲ ਕਰੋਨਾ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦਾ ਦੂਸਰਾ ਭਰਾ ਅਮਰਦੀਪ, ਉਹ ਵੀ PTC ਨਿਊਜ਼ ਦੇ ਵਿੱਚ ਬਤੌਰ ਐਡੀਟਰ ਕੰਮ ਕਰਦਾ ਸੀ। ਪਿਤਾ ਸੀ ਜਿਹੜਾ ਪੂਰੇ ਪਰਿਵਾਰ ਦੀ ਦੇਖਭਾਲ ਕਰਦਾ ਸੀ। ਲੇਕਿਨ ਹੁਣ ਜਦੋਂ ਕਰੋਨਾ ਆਇਆ ਤਾਂ ਲਗਭਗ 10 ਦਿਨ ਪਹਿਲਾਂ ਅਮਰਦੀਪ ਵੀ ਕਰੋਨਾ ਦਾ ਸ਼ਿਕਾਰ ਹੋ ਗਿਆ ਤੇ ਪਿਛਲੇ ਦਿਨ ਹੀ ਉਸ ਦੀ ਮੌਤ ਹੋ ਗਈ। ਦੋ ਭਰਾ 1 ਸਾਲ ਦੇ ਅੰਦਰ ਅੰਦਰ ਕਰੋਨਾ ਨਾਮਕ ਬਿਮਾਰੀ ਨੇ ਖਾ ਲਏ। ਕਹਿੰਦੇ ਨੇ ਜਦੋਂ ਅਮਰਦੀਪ ਦਾ ਸੰਸਕਾਰ ਹੋਣ ਲੱਗਾ ਸੀ ਤਾਂ ਉਸ ਵਕਤ ਉਸ ਦਾ ਪਿਤਾ ਵੀ ਕਰੋਨਾ ਪੋਜ਼ਿਟਿਵ ਸੀ ਤੇ ਉਸਨੇ ਆਪਣੇ ਪੁੱਤਰ ਦਾ ਸੰਸਕਾਰ ਹੁੰਦਾ ਇੱਕ ਐਂਬੂਲੈਂਸ ਦੇ ਵਿੱਚੋਂ ਦੇਖਿਆ। ਜਵਾਨ 2 ਪੁੱਤਰਾਂ ਦਾ ਸੰਸਕਾਰ, ਇੱਕ ਪਿਤਾ ਦੇ ਉੱਤੇ, ਮੋਢੇ ਦੇ ਉੱਤੇ 2 ਅਰਥੀਆਂ ਪੁੱਤਰਾਂ ਦੀਆਂ ਜਾਣ, ਉਸ ਪਿਤਾ ਦੇ ਉੱਤੇ ਕੀ ਬੀਤੀ ਹੋਏਗੀ ਇਹ ਉਸ ਪਿਤਾ ਤੋਂ ਪੁੱਛਿਆ ਜਾ ਸਕਦਾ ਹੈ। ਲੇਕਿਨ ਅਫਸੋਸ ਕਿ ਕਰੋਨਾ ਦਾ ਤੀਸਰਾ ਸ਼ਿਕਾਰ ਉਹਨਾਂ ਦਾ ਪਿਤਾ ਵੀ ਕੱਲ੍ਹ ਹੋ ਗਿਆ। ਅੱਜ ਉਸ ਘਰ ਦੇ ਵਿੱਚ ਦਿਲਾਸਾ ਦੇਣ ਵਾਲਾ ਵੀ ਕੋਈ ਨਹੀਂ। ਅਸੀਂ ਤੁਸੀਂ ਵੀ ਕੀ ਦਿਲਾਸਾ ਦਈਏ ਕਿ ਕੀ ਬਹੁਤ ਮਾੜਾ ਹੋਇਆ, ਇਹ ਕਹਿ ਕੇ ਵੀ ਅਸੀਂ ਛੁੱਟ ਨਹੀਂ ਸਕਦੇ, ਕਿਉਂਕਿ ਇਸ ਨਲਾਇਕੀ ਕਿਸ ਦੀ ਹੈ ਇਹ ਬੜਾ ਵੱਡਾ ਸਵਾਲ ਉੱਠਦਾ ਹੈ। ਅੱਜ ਪਿਤਾ ਨਹੀਂ ਹੈ ਘਰ ਦੇ ਵਿੱਚ, ਕਮਾਉਣ ਵਾਲੇ 2 ਪੁੱਤਰ ਨਹੀਂ ਹੈ, ਉਹਨਾਂ ਦਾ ਪਿਤਾ। ਔਰ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਸ਼ਮਸ਼ਾਨ ਘਾਟ ਮੋਹਾਲੀ ਦੇ ਵਿੱਚ ਕੱਲ੍ਹ ਉਹਨਾਂ ਦੇ ਸੰਸਕਾਰ ਲਈ ਜਗ੍ਹਾ ਵੀ ਮੁਹੱਈਆ ਨਹੀਂ ਹੋਈ। ਉੱਥੋਂ ਵੀ ਕਹਿ ਦਿੱਤਾ ਗਿਆ ਕਿ ਕੱਲ੍ਹ ਨੂੰ ਇਹਨਾਂ ਦੀ ਬਾਡੀ ਨੂੰ ਲੈ ਕੇ ਆਉਣਾ ਤੇ ਕੱਲ੍ਹ ਨੂੰ ਸੰਸਕਾਰ ਕੀਤਾ ਜਾਏਗਾ। ਭਾਵ ਉੱਥੇ ਲਾਸ਼ਾਂ ਦੀ ਐਡੀ ਵੱਡੀ ਲਾਈਨ ਲੱਗ ਚੁੱਕੀ ਸੀ ਕਿ ਇੱਕ ਦਿਨ ਦੇ ਵਿੱਚ ਉਹ ਸੰਸਕਾਰ ਦੀ ਵਾਰੀ ਵੀ ਨਹੀਂ ਆਈ ਤੇ ਉਹਨਾਂ ਦੀ ਆਖਿਰ ਲਾਸ਼ ਨੂੰ ਮੋਰਚਰੀ ਵਿੱਚ ਰੱਖ ਦਿੱਤਾ ਗਿਆ, ਜਿੱਥੇ ਅੱਜ ਉਹਨਾਂ ਦਾ ਸੰਸਕਾਰ ਮੋਹਾਲੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਵੇਗਾ। ਉਸ ਘਰ ਤੋਂ ਪੁੱਛ ਕੇ ਦੇਖੋ ਕਰੋਨਾ ਕੀ ਹੈ। ਲੇਕਿਨ ਨਲਾਇਕੀ ਫਿਰ ਉਹੀ ਗੱਲ ਆ ਜਾਂਦੀ, ਨਲਾਇਕੀ ਕਿਸ ਦੀ ਹੈ? ਸਰਕਾਰਾਂ ਦੀ, ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ ਹੋਵੇ ਜਾਂ ਸਾਡੀ ਵੀ। ਅਸੀਂ ਇਸ ਨੂੰ ਅਹਿਮੀਅਤ ਸਮਝੀ ਨਹੀਂ ਕਰੋਨਾ ਦੀ, ਵੀ ਅਸੀਂ ਵੈਸੇ ਹੀ ਘੁੰਮ ਰਹੇ ਹਾਂ ਵੀ ਕਰੋਨਾ ਹੈ ਹੀ ਨਹੀਂ ਹੈ। ਦੋਸਤੋ ਕਰੋਨਾ ਹੈ ਨਹੀਂ ਕਹਿ ਕੇ ਜਾਨ ਨਹੀਂ ਛੁੱਟਣੀ, ਜਾਨ ਛੁੱਟਣੀ ਹੈ ਸਾਨੂੰ ਕਰੋਨਾ ਪ੍ਰਤੀ ਅਵੇਅਰ ਹੋ ਕੇ, ਇਹ ਤਾਂ ਬਚਾ ਕਰਕੇ। ਤੇ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ ਇਸੇ ਲੈ ਕੇ, ਕਿਉਂਕਿ ਬਹੁਤ ਵੱਡਾ ਦੁਖਾਂਤ ਇਹ ਦਵਿੰਦਰਪਾਲ ਤੇ ਉਸਦੇ ਪਰਿਵਾਰ ਨਾਲ ਹੋਇਆ।
2 ਪੁੱਤਰ ਤੇ 1 ਪਿਤਾ ਕਰੋਨਾ ਦੀ ਭੇਟ ਚੜ੍ਹ ਗਿਆ। ਇਸ ਤਰ੍ਹਾਂ ਦੀ ਬਹੁਤ ਸਾਰੀਆਂ ਘਟਨਾਵਾਂ ਹੋਣਗੀਆਂ ਜਿਹੜੀਆਂ ਸ਼ਾਇਦ ਸਾਨੂੰ ਪਤਾ ਨਹੀਂ ਹੈ, ਲੇਕਿਨ ਤੁਹਾਡੇ ਆਲੇ ਦੁਆਲੇ ਵੀ ਘਟੀਆਂ ਹੋਣਗੀਆਂ ਜਿੱਥੇ ਜਵਾਨ ਪੁੱਤਰਾਂ ਦੀ ਮੌਤ ਹੋਈ ਹੋਏਗੀ। ਇੱਕ ਇਨਸਾਨ ਨੇ ਤਾਂ 1 ਕਰੋੜ 20 ਲੱਖ ਰੁਪਇਆ ਮੁੰਬਈ ਦੇ ਵਿੱਚ ਲੰਗਸ ਚੇਂਜ ਤੱਕ ਕਰਾ ਲਿੱਤੇ ਸੀਗੇ ਤੇ ਉਸ ਦਾ ਟ੍ਰੀਟਮੈਂਟ ਵੀ ਹੋਇਆ। ਜਦੋਂ ਠੀਕ ਹੋਣ ਦੀ ਨੌਬਤ ਆਈ ਉਸਨੂੰ ਕਰੋਨਾ ਤੋਂ, ਉਸ ਦਾ ਫਿਰ ਦੇਹਾਂਤ ਹੋ ਗਿਆ। ਅਜਿਹੀਆਂ ਘਟਨਾਵਾਂ ਵੀ ਅਸੀਂ ਸੁਣੀਆਂ ਨੇ, ਲੇਕਿਨ ਇਹਨਾਂ ਘਟਨਾਵਾਂ ਨਾਲ ਕਿਵੇਂ ਬਚਿਆ ਜਾ ਸਕਦਾ ਹੈ, ਕਿਸ ਤਰ੍ਹਾਂ ਅਸੀਂ ਕਰੋਨਾ ਦੀ ਇਸ ਜਿਹੜੀ ਨਾਮੁਰਾਦ ਬਿਮਾਰੀ ਆ ਗਈ ਹੈ ਇਸ ਤੋਂ ਬਚ ਸਕਦੇ ਹਾਂ, ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਡਾਕਟਰ ਅਸ਼ੋਕ, ਮੈਂ ਤੁਹਾਡੇ ਨਾਲ ਸ਼ੁਰੂਆਤ ਕਰਾਂਗਾ ਗੱਲ ਦੀ। ਬਹੁਤ ਬੁਰੇ ਦੌਰ ਦੇ ਵਿੱਚੋਂ ਅੱਜ ਹਿੰਦੁਸਤਾਨ ਗੁਜ਼ਰ ਰਿਹਾ ਹੈ। ਅਮਰੀਕਾ ਵਰਗੇ ਦੇਸ਼ ਨੇ ਤਾਂ ਭਾਰਤ ਆਉਣ ਵਾਲੇ ਜਿਹੜੇ ਉੱਧਰ ਦੇ ਨਾਗਰਿਕ ਨੇ ਉਹਨਾਂ ਨੂੰ ਇੱਕ ਨਵੀਂ ਗਾਈਡਲਾਈਨਸ ਦਿੱਤੀ ਹੈ ਕਿ ਭਾਰਤ ਨਾ ਜਾਓ। ਅਜਿਹੀ ਸਥਿਤੀ ਵਿੱਚ ਜਦੋਂ ਪੌਣੇ 3 ਲੱਖ ਲੋਕ ਜਿਹੜੇ ਇੱਕ ਦਿਨ ਦੇ ਵਿੱਚ ਜਿਹੜੇ ਕਰੋਨਾ ਦੀ ਚਪੇਟ ਦੇ ਵਿੱਚ ਆ ਰਹੇ ਨੇ, ਤੁਸੀਂ ਕੀ ਸਮਝਦੇ ਹੋ ਵੀ ਇਹ ਪਹਿਲੀ ਔਰ ਇਹ ਸਟ੍ਰੇਨ ਜਿਹੜੀ ਆਈ ਹੈ ਜਿਸ ਨੂੰ ਕਿਹਾ ਜਾਂਦਾ ਵੀ ਇਹ ਯੂਕੇ ਵੇਰੀਐਂਟ ਹੈ, ਇਹ ਕੀ ਫਰਕ ਹੈ, ਕਿਉਂ ਇੰਨੀ ਜਲਦੀ ਇਸ ਦੀ ਚਪੇਟ ਦੇ ਵਿੱਚ ਆਉਂਦੇ ਨੇ? ਸ਼ਮੀ ਜੀ, ਪਿਛਲੇ ਸਾਲ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੈ, ਫਰਵਰੀ ਮਾਰਚ ਤੋਂ ਕਰੋਨਾ ਸਟਾਰਟ ਹੋਇਆ, ਫਿਰ ਬਹੁਤ ਜ਼ਿਆਦਾ ਹਿੰਦੁਸਤਾਨ 'ਚ ਵੱਧ ਗਿਆ। ਤਕਰੀਬਨ 1 ਲੱਖ ਤੱਕ ਲੋਕ ਪਰ ਡੇ ਆਉਣੇ ਸ਼ੁਰੂ ਹੋ ਗਏ। ਸਰਕਾਰ ਨੇ ਲੋਕਡਾਊਨ ਕੀਤਾ, ਹੋਰ ਉਪਰਾਲੇ ਕੀਤੇ ਤੇ ਹੌਲੀ ਕੰਟਰੋਲ ਹੋ ਗਏ। ਜੂਨ, ਜੁਲਾਈ, ਅਗਸਤ ਤੱਕ ਸਾਰੀ ਸਿਚੁਏਸ਼ਨ ਅੰਡਰ ਕੰਟਰੋਲ ਆ ਗਈ। ਲੇਕਿਨ ਇਹ ਦੇਖਣ ਵਿੱਚ ਆਇਆ ਸਾਡੇ ਹੈਲਥ ਡਿਪਾਰਟਮੈਂਟ ਜਾਂ ਲੋਕਾਂ ਨਾਲ ਜਿਹੜੀ ਗੱਲਬਾਤ ਅਸੀਂ ਕਰਦੇ ਹਾਂ ਵੀ ਅਸੀਂ ਖੁਦ ਹੀ ਜਿਹੜੇ ਲੋਕ ਆ ਬੜੇ ਕੇਅਰਲੈਸ ਹੋ ਗਏ। ਉਸ ਤੋਂ ਬਾਅਦ ਨਵੰਬਰ, ਦਸੰਬਰ, ਜਨਵਰੀ ਆਇਆ, ਸਾਡੇ ਭੈਣ ਭਰਾ ਜਿਹੜੇ ਹੈ ਨਾ ਉਹਨੇ ਮਾਸਕ ਯੂਜ਼ ਕੀਤਾ, ਨਾ ਜਿਹੜੀ ਸੋਸ਼ਲ ਡਿਸਟੈਂਸਿੰਗ ਰੱਖੀ ਹੈ, ਨਾ ਉਹਨੇ ਟਾਈਮਲੀ ਜਿਸ ਤਰ੍ਹਾਂ ਹੱਥ ਧੋਣੇ ਹੈ ਜਾਂ ਸੈਨੀਟਾਈਜ਼ਰ ਯੂਜ਼ ਕਰਨਾ ਹੈ। ਅਸੀਂ ਲਾਪਰਵਾਹ ਹੋ ਗਏ। ਇਨ ਦਾ ਮੀਨ ਟਾਈਮ ਜਿਹੜੀ ਸੈਕੰਡ ਵੇਵ ਆ ਗਈ। ਸੈਕੰਡ ਵੇਵ ਇਸ ਤਰ੍ਹਾਂ ਆਈ ਹੈ, ਇਹ 3 ਟਾਈਮ ਜਿਹੜੀ ਜ਼ਿਆਦਾ ਫੇਟਲ ਹੈ, ਪਹਿਲੇ ਤੋਂ ਜ਼ਿਆਦਾ ਹੈ। ਇੱਕ ਤਾਂ ਫੈਲਿਆ ਬਹੁਤ ਜ਼ਿਆਦਾ, ਕਰੋਨਾ ਜ਼ਿਆਦਾ ਹੈ। ਯੂਕੇ ਵੇਰੀਐਂਟ ਜਿਹੜੀ ਤੁਸੀਂ ਗੱਲ ਕਰ ਰਹੇ ਹੈ ਉਹਦੀ 70% ਪਹਿਲੀ ਵੇਵ ਤੋਂ ਜ਼ਿਆਦਾ ਜਿਹੜੀ ਉਹਦੀ ਹੈ ਰਫ਼ਤਾਰ ਤੇਜ਼ ਹੈ ਜਿਹੜੀ ਫੈਲਣ ਦੀ ਹੈ। ਦੂਸਰੇ ਅਸੀਂ ਸਾਰੇ ਲੋਕ ਜਿਹੜੇ ਹੈ ਬਹੁਤ ਹੀ ਇੱਕ ਤਰ੍ਹਾਂ ਮੈਂ ਕਹਿੰਦਾ ਉਹਦੇ 'ਚ ਅਸੀਂ ਵੀ ਹੋ ਸਕਦੇ ਹਾਂ, ਤੁਸੀਂ ਵੀ ਹੋ ਸਕਦੇ, ਪਬਲਿਕ ਵੀ ਹੈ, ਇੱਕ ਲਾਪਰਵਾਹ ਬਹੁਤ ਹੋ ਗਏ। ਮਾਸਕ ਜਿਹੜਾ ਇਸ ਟਾਈਮ ਹੈ, ਜਿਹੜੇ ਕਿ ਤੁਸੀਂ ਨਿਊਜ਼ ਚੈਨਲ 'ਚ ਵੀ ਦੇਖਦੇ ਹੈ, ਸਾਰੇ ਅਖਬਾਰਾਂ 'ਚ ਵੀ ਪੜ੍ਹਦੇ ਹੈ, ਅਸੀਂ ਅੱਜ ਵੀ ਉਹੀ ਗੱਲ ਕਹਿੰਦੇ, ਮਾਸਕ ਜਿਹੜਾ ਸਾਡਾ ਇੱਕ ਕਵਚ ਹੈ ਜੀ। ਜੇ ਅਸੀਂ ਸਾਰੇ ਲੋਕ ਮਾਸਕ ਯੂਜ਼ ਕਰ ਲਈਏ ਸਾਰੇ, ਔਰ ਆਪਣਾ 2 ਗਜ਼ ਦੀ ਦੂਰੀ ਬਣਾ ਕੇ ਰੱਖੀਏ। ਤੀਜਾ, ਆਪਾਂ ਟਾਈਮਲੀ ਹੱਥ ਧੋਈ ਜਾਈਏ, ਧਿਆਨ ਰੱਖੀਏ ਵੀ ਜੇ ਕਿਤੇ ਸਾਡਾ ਕਿਤੇ ਹੱਥ ਲੱਗ ਗਿਆ, ਸੈਨੀਟਾਈਜ਼ਰ ਯੂਜ਼ ਕਰੀਏ, ਤਾਂ 70 ਤੋਂ 80% ਜਿਹੜੀ ਬਿਮਾਰੀ ਹੈ ਅਸੀਂ ਆਪਣਾ ਆਪ ਹੀ ਪਬਲਿਕ ਕੰਟਰੋਲ ਕਰ ਰਹੇ ਹਾਂ ਜੀ। ਹੁਣ ਗੱਲ ਇਹ ਹੈ, ਨਾ ਤਾਂ ਅਸੀਂ ਇੰਨੇ ਸੀਰੀਅਸ ਹੈ ਤੇ ਨਾ ਮਤਲਬ ਇਸ ਹਿਸਾਬ ਨਾਲ ਸਰਕਾਰਾਂ ਸੀਰੀਅਸ ਹੈ, ਨਾ ਕੋਈ ਰਿਲੀਜੀਅਸ ਪਰਸਨ ਸੀਰੀਅਸ ਹੈ। ਇਸ ਕਰਕੇ ਬਿਮਾਰੀ ਵੱਧ ਰਹੀ ਹੈ। ਬਿਲਕੁਲ, ਤੁਹਾਡੇ ਨਾਲ ਫਿਰ ਆਵਾਂਗਾ ਮੈਂ ਗੱਲ ਕਰਾਂ। ਗੁਰਪ੍ਰੀਤ ਸਾਡੇ ਨਾਲ ਨੇ। ਗੁਰਪ੍ਰੀਤ, ਕੱਲ੍ਹ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਉਹਦੀ ਆਦਤ ਹੈ ਰਾਤ ਨੂੰ ਟੈਲੀਵਿਜ਼ਨ ਦੇ ਉੱਤੇ ਆਉਂਦੇ ਹੈ ਤੇ ਆ ਕੇ ਜਦੋਂ ਚਿਹਰਾ ਕੁਝ ਬੋਲਣ ਲੱਗਦਾ ਤਾਂ ਲਗਭਗ ਮੈਨੂੰ ਲੱਗਦਾ ਵੀ ਭਾਰਤ ਦੀ ਜਨਤਾ ਡਰ ਜਾਂਦੀ ਵੀ ਪਤਾ ਨਹੀਂ ਇਹ ਕੀ ਕਹਿਣ ਦੇਣਗੇ। ਕੱਲ੍ਹ ਵੀ ਆਏ, ਬਹੁਤ ਉਮੀਦ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਕਿਤੇ ਨਾ ਕਿਤੇ ਕੁਛ ਅਜਿਹੀ ਚੀਜ਼ ਦੱਸ ਕੇ ਜਾਣਗੇ ਜਿਹਦੇ ਨਾਲ ਲੋਕ ਡਰ ਤੋਂ ਨਿਕਲਣਗੇ ਕਰੋਨਾ ਦੇ, ਜਾਂ ਦੱਸਣਗੇ ਵੀ ਹਾਂ ਬਈ ਕੁਝ ਕਰੋ। ਲੇਕਿਨ ਉਹਨਾਂ ਨੇ ਕਹਿ ਦਿੱਤਾ ਵੀ ਰਾਜ ਸਰਕਾਰਾਂ ਆਪਣੀ ਅਹਿਮੀਅਤ ਦੇ ਮੁਤਾਬਕ ਆਪਣੇ ਮੁਤਾਬਕ ਜਿਹੜੇ ਆ ਉਹ ਕਰ ਸਕਦੇ ਆ, ਲੋਕਡਾਊਨ ਵੀ ਲਗਾ ਸਕਦੇ ਆ ਅਗਰ ਉਹ ਜ਼ਰੂਰੀ ਸਮਝਦੇ ਆ। ਕਈ ਹਦਾਇਤਾਂ ਉਹਨਾਂ ਨੇ ਦੇ ਦਿੱਤੀਆਂ, ਲੇਕਿਨ ਆਕਸੀਜਨ ਦੀ ਘਾਟ ਕਿਉਂ ਹੈ ਜਾਂ ਹੋਰ ਅਵੇਅਰਨੈਸ ਦੀ ਕਮੀ ਕਿਉਂ ਹੈ, ਸਿਰਫ ਜਿਹੜੇ ਹੁਕਮ ਹੈ ਉਹ ਕਾਗਜ਼ਾਂ ਤੱਕ ਸੀਮਤ ਕਿਉਂ ਹੈ, ਇਸ ਦੇ ਬਾਰੇ ਉਹਨਾਂ ਨੇ ਕੋਈ ਹੱਲ ਨਹੀਂ ਦੱਸਿਆ। ਇਹ ਮੈਂ ਕਹਿ ਸਕਦਾ ਵੀ ਕੋਈ ਹੱਲ ਨਹੀਂ ਦੱਸਿਆ, ਸਿਰਫ ਇਹ ਕਹਿ ਦਿੱਤਾ ਵੀ ਡਰੋ ਨਾ, ਲਾਕਡਾਊਨ ਨਹੀਂ ਕੀਤਾ ਜਾਏਗਾ, ਇਹ ਜ਼ਰੂਰ ਕਹਿ ਦਿੱਤਾ ਹੈ। ਤੁਸੀਂ ਕੀ ਸਮਝਦੇ ਹੋ ਵੀ ਕਮੀ ਤੁਸੀਂ ਕਿੱਥੇ ਮਹਿਸੂਸ ਕਰਦੇ ਹੋ, ਵੀ ਕਿਆ ਸਰਕਾਰਾਂ ਦੀ ਕਮੀ ਹੈ, ਪਬਲਿਕ ਦੀ ਕਮੀ ਹੈ? ਸਰ, ਮੇਰੇ ਹਿਸਾਬ ਦੇ ਨਾਲ ਸਭ ਤੋਂ ਵੱਡੀ ਕਮੀ ਸਾਡੀ ਹੈਲਥ ਸਿਸਟਮ ਦੀ ਹੈ, ਜਿਹਨੂੰ ਸਮਝਣਾ ਬੜਾ ਜ਼ਿਆਦਾ ਜ਼ਰੂਰੀ ਹੈ। ਸਾਡੀ 140 ਕਰੋੜ ਦੀ ਆਬਾਦੀ ਹੈ, ਬਹੁਤ ਵੱਡੀ ਆਬਾਦੀ ਹੈ, ਤੇ ਸਾਡੇ ਕੋਲ ਸਿਰਫ 80,000 ਸੀਟਾਂ MBBS ਦੀਆਂ ਔਰ ਸਾਡੇ ਕੋਲ ਸਿਰਫ 42,000 ਸੀਟਾਂ MS MD ਤੇ PG ਡਿਪਲੋਮਾ ਸੀਟਸ ਹੈ। ਹੁਣ ਸੈਨਿਕ ਨੇ ਲੜਨਾ ਹੈ ਗਲਵਾਨ ਵੈਲੀ 'ਚ, ਸੈਨਿਕ ਨੇ ਲੜਨਾ ਹੈ ਪਾਕਿਸਤਾਨ ਦੇ ਵਿੱਚ, ਤੇ ਜੇ ਸੈਨਿਕ ਹੀ ਨਹੀਂ ਹੋਏਗਾ, ਇਹ ਜਿਹੜਾ ਡਾਕਟਰ ਹੈ ਸਾਡਾ ਹਸਪੀਟਲ ਦੇ ਵਿੱਚ ਸੈਨਿਕ ਹੈ, ਅਸੀਂ ਸਮੇਂ ਦੇ ਮੁਤਾਬਕ ਆਪਣੇ ਹੈਲਥ ਸਿਸਟਮ ਨੂੰ ਇੰਪਰੂਵ ਨਹੀਂ ਕੀਤਾ। ਦੂਜਾ, ਪਬਲਿਕ ਦੇ ਵਿੱਚ ਵੀ ਅਵੇਅਰਨੈਸ ਨਹੀਂ ਹੈ। ਸਾਡੇ ਆਮ ਘਰ ਦਾ ਵੀ ਵੱਡਾ ਬਜਟ ਜਿਹੜਾ ਹੈ ਜਵੈਲਰ ਦੀ ਸ਼ਾਪ ਤੇ ਜਾਂਦਾ ਹੈ, ਵੱਡਾ ਬਜਟ ਕੱਪੜੇ ਤੇ ਜਾਂਦਾ ਹੈ, ਵੱਡਾ ਬਜਟ ਹੋਰ ਥਾਵਾਂ ਤੇ ਜਾਂਦਾ ਹੈ, ਪਰ 15 ਰੁਪਏ ਦਾ ਮਾਸਕ ਸਾਨੂੰ ਮਹਿੰਗਾ ਲੱਗਦਾ ਹੈ। ਤੇ ਪਬਲਿਕ ਵੀ, ਮੈਂ ਸਮਝਦਾ ਪਬਲਿਕ 'ਚ ਅਵੇਅਰਨੈਸ ਦੀ ਕਮੀ ਹੈ ਤੇ ਸਰਕਾਰ 'ਚ ਇੱਛਾ ਸ਼ਕਤੀ ਦੀ ਕਮੀ ਹੈ। ਤੇ ਇਹਦੇ ਵਿੱਚ ਇੱਕ ਚੀਜ਼ ਜਿਹੜੀ ਮੈਂ ਦੇਖੀ ਹੈ ਕਿ ਉਹ
ਇਹ ਵੀ ਮੈਂ ਦੇਖੀ ਹੈ ਬੰਦਿਆਂ ਦੀ ਲਾਪਰਵਾਹੀ। ਉਹ ਕਹਿੰਦੇ ਸਾਨੂੰ ਤਾਂ ਕੁਝ ਹੋਣ ਨਹੀਂ ਲੱਗਾ, ਅਸੀਂ ਕਾੜਾ ਪੀ ਲਿਆ। ਜਾਂ ਪਿਛਲੇ ਸਾਲ ਤੇ ਹੁਣ ਦੇ ਵਿੱਚ ਇਹ ਵੱਡਾ ਫਰਕ ਹੈ। ਪਿਛਲੇ ਸਾਲ ਸਰਕਾਰ ਨੇ ਇਹਦੇ ਤੇ ਆਯੁਰਵੈਦਿਕ ਤੇ ਜਾਂ ਕਾੜੇ ਤੇ ਬੜਾ ਜ਼ੋਰ ਦਿੱਤਾ ਤੇ ਉਹ ਬੰਦੇ ਕਹਿੰਦੇ ਅਸੀਂ ਤਾਂ ਕਾੜਾ ਪੀ ਲਿਆ, ਸਾਨੂੰ ਤਾਂ ਕੁਝ ਹੋਣਾ ਨਹੀਂ। ਪਰ ਇੱਕ ਆਮ ਜਿਹੜਾ ਬੰਦਾ ਹੈ ਉਹਨੂੰ ਅਸੀਂ ਨਹੀਂ ਸਮਝਾ ਸਕਦੇ ਕਿ ਪਿਛਲੀ ਜਿਹੜੀ ਵੇਵ ਸੀ ਤੇ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸਾਨੂੰ ਅਵੇਅਰ ਹੋਣਾ ਹੀ ਪਏਗਾ। ਡਾਕਟਰ ਸਾਹਿਬ ਇੱਕ ਚੀਜ਼ ਬਹੁਤ ਆ ਰਹੀ ਹੈ ਵੀ ਲੋਕ ਕਹਿ ਰਹੇ ਨੇ ਵੀ ਜੇ ਜਿਹੜੀ ਹੁਣ ਸੈਕੰਡ ਵੈਰੀਐਂਟ ਆਇਆ, ਯੂਕੇ ਵੈਰੀਐਂਟ ਆਇਆ ਹੈ, ਵੀ ਇਹਦੀ ਕਈ ਵਾਰ ਪਹਿਚਾਣ ਹੀ ਨਹੀਂ ਹੁੰਦੀ। ਲੋਕ ਮਹਿਸੂਸ ਕਰਦੇ ਨੇ ਲੇਕਿਨ ਟੈਸਟਿੰਗ ਦੇ ਵਿੱਚ ਉਹ ਨਹੀਂ ਆ ਰਹੀ। ਅਜਿਹਾ ਕਿਉਂ ਹੋ ਰਿਹਾ? ਸ਼ਮੀ ਜੀ, ਇਸ ਤਰ੍ਹਾਂ ਹੈਗਾ, ਜਿਹੜਾ ਆਪਣਾ ਰੈਗੂਲਰ ਟੈਸਟ ਹੈ, ਜਿਹੜਾ RT-PCR ਜਿਹੜਾ ਟੈਸਟ ਹੈ, ਬਹੁਤ ਵਾਰ ਅਰਲੀ ਸਟੇਜ ਦੇ ਵਿੱਚ ਇਹ ਵੀ ਨੈਗੇਟਿਵ ਆ ਰਹੇ ਹੈ, ਲੇਕਿਨ ਪੇਸ਼ੈਂਟ ਦੇ ਵਿੱਚ ਸਿੰਪਟਮ ਆ ਰਹੇ ਹੈ। ਇਸ ਕਰਕੇ ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਅਲੱਗ ਆਈਸੋਲੇਟ ਹੋਣਾ ਪੈਣਾ, ਜਲਦੀ ਤੋਂ ਜਲਦੀ ਉਹਦਾ ਮਤਲਬ ਜਿਹੜਾ ਕਿ ਡਾਕਟਰ ਕੋਲ ਰਿਪੋਰਟ ਕਰਨਾ ਪੈਣਾ। ਜਾਂ ਉਸ ਤੋਂ ਬਾਅਦ ਜੇ ਉਹਨੂੰ ਥੋੜ੍ਹੇ ਵੀ ਸਿੰਪਟਮ ਉਹਦੇ ਪਰਸਿਸਟ ਕਰਦੇ, ਜਿੱਦਾਂ ਖਾਂਸੀ ਹੈ, ਬੁਖਾਰ ਹੈ, ਕਫ ਹੈ ਉਹਨੂੰ, ਤਾਂ ਇਮੀਡੀਏਟਲੀ ਉਹਦਾ ਇੱਕ ਐਕਸ-ਰੇ ਚੈਸਟ ਡਿਜੀਟਲ ਕਰਾਉਣਾ ਪੈਣਾ, ਕਿਉਂਕਿ ਫਾਈਬਰੋਸਿਸ ਕਈ ਵਾਰ ਲੰਗਸ 'ਚ ਹੋ ਰਿਹਾ ਹੁੰਦਾ, ਟੈਸਟ ਨੈਗੇਟਿਵ ਆਈ ਜਾ ਰਿਹਾ ਹੁੰਦਾ। ਪਹਿਲੇ ਕਹਿੰਦੇ ਸੀ ਨੱਕ 'ਚ ਹੈ ਜਾਂ ਗਲੇ 'ਚ ਹੈ, ਲੇਕਿਨ ਹੁਣ ਉਹ ਡਾਇਰੈਕਟ ਕਹਿੰਦੇ ਲੰਗਸ ਦੇ ਵਿੱਚ ਆ ਰਿਹਾ। ਮਤਲਬ ਜਿਹੜਾ ਐਕਸ-ਰੇ ਚੈਸਟ ਹੈ ਜਾਂ ਸਿਟੀ ਸਕੈਨ, ਇਹ ਉਨਾ ਹੀ ਇੰਪੋਰਟੈਂਟ ਹੈ ਜਿੰਨਾ RT-PCR ਇੰਪੋਰਟੈਂਟ ਹੈ। RT-PCR 'ਚ ਹੋ ਸਕਦਾ ਮਿਸ ਹੋ ਰਿਹਾ ਹੋਵੇ, ਇੱਕ ਵਾਰ ਵੀ ਨੈਗੇਟਿਵ ਆ ਜਾਂਦਾ, ਦੂਜੀ ਵਾਰ ਵੀ ਆ ਜਾਂਦਾ। ਕਈ ਵਾਰ ਪ੍ਰੋਸੀਜਰ ਸਾਡਾ ਗਲਤ ਹੁੰਦਾ, ਇਹ ਵੀ ਨੇਜ਼ਲ ਜਿਹੜੇ ਆਪਾਂ ਲੈਂਦੇ ਸਵੈਬ ਵਗੈਰਾ ਉਹ ਪ੍ਰੋਪਰ ਨਹੀਂ ਲੈ ਇੱਕ ਜਾਂਦੇ। ਇਹ ਵੀ ਡਾਕਟਰ ਸਾਹਿਬ ਸੁਣਨ ਚ ਆਇਆ ਵੀ ਜਿਹੜੇ RT-PCR ਜਿਹੜੇ ਤੁਹਾਡੇ ਕਿਟਸ ਹੈਗੀਆਂ, ਜਿਹੜੇ ਟੈਸਟ ਕਿਟਸ ਹੈ, ਇਹ ਪਹਿਲੇ ਜਿਹੜਾ ਵੈਰੀਐਂਟ ਸੀ ਉਹਨੂੰ ਤਾਂ ਮਾਪਣ ਲਈ ਸੀਗੀਆਂ, ਲੇਕਿਨ ਵੈਰੀਐਂਟ ਇੰਨਾ ਸਟਰੋਂਗ ਆ ਗਿਆ ਯੂਕੇ ਵੈਰੀਐਂਟ ਵੀ ਸ਼ਾਇਦ ਇਹ ਕਿਟਸ ਜਿਹੜੀਆਂ ਉਹਦੇ ਨਾਲ ਮੈਚ ਨਹੀਂ ਕਰ ਰਹੀਆਂ। ਇਹ ਵੀ ਕਿਤੇ ਹੋ ਸਕਦਾ? ਤਾਂ ਮੈਚ ਕਰ ਰਹੀਆਂ ਹੈਗੀਆਂ, ਲੇਕਿਨ ਕਈ ਵਾਰ ਲੈਣ ਦਾ ਪ੍ਰੋਸੀਜਰ ਵੀ ਹੁੰਦਾ, ਕਈ ਵਾਰ ਅਰਲੀ ਸਟੇਜ 'ਚ ਜਿਸ ਟਾਈਮ ਨਹੀਂ ਸਿੰਪਟਮਸ ਹੁੰਦੇ, ਮਤਲਬ ਉਹ ਨਹੀਂ ਆ ਰਿਹਾ, ਕਿ ਪੋਜ਼ਿਟਿਵ ਨਹੀਂ ਆਉਂਦਾ। ਕਈ ਲੋਕ ਐਸੇ ਦੇਖੇ ਪੇਸ਼ੈਂਟ ਹੈਗੇ ਪੋਜ਼ਿਟਿਵ, ਲੇਕਿਨ ਉਹਨਾਂ ਦੇ ਪੋਜ਼ਿਟਿਵ ਨਹੀਂ ਆ ਰਿਹਾ। ਫਿਰ ਉਹਨਾਂ ਦਾ ਐਕਸ-ਰੇ ਚੈਸਟ ਕਰਾਓ, ਜਿੱਦਾਂ ਡਿਜੀਟਲ ਹੈ, ਜਾਂ ਆਪਾਂ ਜਿਸ ਤਰ੍ਹਾਂ ਉਹਨਾਂ ਦਾ ਸਿਟੀ ਸਕੈਨ ਕਰਾਈਏ, ਉਹ 'ਚ ਡਿਟੈਕਟ ਹੋ ਜਾਂਦਾ। ਫਿਰ ਉਹਨੂੰ ਹਸਪੀਟਲ ਲਿਜਾਣਾ ਪੈਂਦਾ ਪੇਸ਼ੈਂਟ ਨੂੰ, ਜਾਂ ਉਹਦੀ ਟਰੀਟਮੈਂਟ ਹੈ ਜਿਹੜੀ ਐਂਟੀਵਾਇਰਲ ਹੈ, ਜਿਹੜੀ ਮਤਲਬ ਆਪਾਂ ਡਿਕਸੋਨਾ ਵਗੈਰਾ ਜਿਹੜਾ ਉਹ ਦੇਣਾ, ਉਹ ਦਵਾਈ ਵਗੈਰਾ ਦੀ ਜ਼ਰੂਰਤ ਹੁੰਦੀ। ਉਹ ਦਵਾਈ ਦੇ ਤਾਂ ਕਰਕੇ ਕਿਤੇ ਨਾ ਕਿਤੇ ਇਹ ਚੀਜ਼ ਅਰਲੀ ਡਿਟੈਕਸ਼ਨ ਬਹੁਤ ਜ਼ਰੂਰੀ। ਮੈਂ ਤੁਹਾਡੇ ਨਾਲ ਟੀਕਾਕਰਨ ਦੀ ਵੀ ਗੱਲ ਕਰਾਂਗਾ, ਲੇਕਿਨ ਮੈਂ ਗੁਰਪ੍ਰੀਤ ਜੀ ਇੱਕ ਗੱਲ ਤੁਹਾਡੀ ਮੇਰੇ ਸਟ੍ਰਾਈਕ ਕਰ ਰਹੀ ਹੈ ਦਿਮਾਗ ਦੇ ਵਿੱਚ। ਤੁਸੀਂ ਕਿਹਾ ਬਈ ਜਿਹੜਾ ਸਿਹਤ ਵਿਭਾਗ ਦਾ ਜ਼ਿਆਦਾ ਕਸੂਰ ਹੈਗਾ, ਤੁਸੀਂ ਜਿੱਥੇ ਹੈਲਥ ਡਿਪਾਰਟਮੈਂਟ ਦਾ ਤੁਸੀਂ ਕਿਹਾ, ਲੇਕਿਨ ਇੱਕ ਗੱਲ ਮੈਂ ਦੱਸਾਂ ਵੀ ਅਸੀਂ ਹੈਲਥ ਡਿਪਾਰਟਮੈਂਟ ਨੇ ਬੈਡਸ ਲਗਾਉਣੇ ਆ ਹਸਪੀਟਲ ਦੇ ਵਿੱਚ, ਐਗਰੀ। ਹੈਲਥ ਡਿਪਾਰਟਮੈਂਟ ਨੇ ਮੈਡੀਸਨਸ ਦੇਣੀ ਹੈ, ਐਗਰੀ। ਹੈਲਥ ਡਿਪਾਰਟਮੈਂਟ ਨੇ ਇੰਜੈਕਸ਼ਨਸ ਦੇਣੇ ਆ, ਐਗਰੀ। ਹੈਲਥ ਡਿਪਾਰਟਮੈਂਟ ਨੇ ਅਵੇਅਰਨੈਸ ਫੈਲਾਉਣੀ ਹੈ, ਐਗਰੀ। ਲੇਕਿਨ ਕਿਆ ਕਦੀ ਵੋਟ ਪਾਉਂਦਿਆਂ ਅਸੀਂ ਇਹ ਮੰਗ ਕੀਤੀ ਹੈ ਕਿ ਵੋਟ ਪਾਉਣ ਲੱਗਿਆ ਅਸੀਂ ਕਿਹਾ ਵੀ ਹੈਲਥ ਡਿਪਾਰਟਮੈਂਟ ਨੂੰ ਅਸੀਂ ਵੋਟ ਪਾ ਰਹੇ ਹਾਂ ਵੀ ਸਾਡੇ ਇਨਫਰਾਸਟ੍ਰਕਚਰ ਹੈਲਥ ਦਾ ਟੌਪ ਦਾ ਹੋਣਾ ਚਾਹੀਦਾ ਹੈ? ਕਿਆ ਅਸੀਂ ਵੋਟ ਪਾਉਣ ਲੱਗਿਆ ਕਦੀ ਇਹ ਮੰਗ ਕੀਤੀ ਹੈ ਵੀ ਸਾਡੇ ਕੋਲ ਐਜੂਕੇਸ਼ਨ ਵਧੀਆ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਅਵੇਅਰ ਜਲਦੀ ਹੋ ਸਕੀਏ? ਅਸੀਂ ਕੀ ਕੀਤਾ ਹੈ? ਅਸੀਂ ਤਾਂ ਸ਼ਰਾਬ ਦੀ ਬੋਤਲ ਦੇ ਉੱਤੇ ਗਿਰ ਗਏ ਹਾਂ, ਚਿਕਨ ਦੇ ਉੱਤੇ ਗਿਰ ਗਏ ਹਾਂ, ਜਾਂ 5,000 ਰੁਪਏ ਦੇ ਉੱਤੇ ਗਿਰ ਗਏ ਹਾਂ ਤਾਂ ਜਾ ਕੇ ਵੋਟ ਪਾ ਦਿੱਤੀ ਹੈ। ਫਿਰ ਅਸੀਂ ਕਿਸ ਹੱਕ ਨਾਲ ਕਹਿ ਸਕਦੇ ਹਾਂ ਕਿ ਹੈਲਥ ਡਿਪਾਰਟਮੈਂਟ ਦੋਸ਼ੀ ਹੈ? ਬਿਲਕੁਲ ਠੀਕ ਹੈ ਤੁਹਾਡੀ ਡਾਵਰਾ ਸਾਹਿਬ ਗੱਲ ਠੀਕ ਹੈ ਬਿਲਕੁਲ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹੈਲਥ ਔਰ ਐਜੂਕੇਸ਼ਨ। ਤੇ ਸਾਡਾ ਜਿਹੜਾ ਚੋਣ ਦਾ ਜਿਹੜਾ ਜਦੋਂ ਬਿਗਲ ਵੱਜਦਾ ਹੈ, ਉਹਦੇ ਤੋਂ ਬਾਅਦ ਨਾ ਹੈਲਥ ਦੀ ਕੋਈ ਗੱਲ ਕਰਦਾ ਨਾ ਐਜੂਕੇਸ਼ਨ ਦੀ ਗੱਲ ਕਰਦਾ। ਉਹਦੇ ਕਰਕੇ ਉਹਦਾ ਵੀ ਖਮਿਆਜਾ ਅੱਜ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ, ਕਿਉਂਕਿ ਇਲੈਕਸ਼ਨ ਦੇ ਵਿੱਚ ਇੰਨਾ ਪੈਸਾ ਖਰਚ ਹੁੰਦਾ, ਇੰਨਾ ਪੈਸਾ ਨਹੀਂ ਖਰਚ ਹੁੰਦਾ, ਅੰਨਾ ਪੈਸਾ ਖਰਚ ਹੁੰਦਾ, ਔਰ ਉਹ ਅਜਾਈ ਜਾਂਦਾ ਜੀ। ਔਰ ਉਹ ਫਿਰ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈ ਵੀ ਅਸੀਂ ਕਿਸ ਹੱਕ ਨਾਲ ਪੋਲੀਟੀਕਲ ਲੀਡਰ ਨੂੰ ਕਵਾਂਗੇ ਕਿ ਤੂੰ ਚੰਗਾ ਹਸਪਤਾਲ ਬਣਾ, ਜਦੋਂ ਅਸੀਂ ਪੈਸੇ ਤਾਂ ਪਹਿਲਾਂ ਖਾਣ ਪੀਣ ਦੀਆਂ ਚੀਜ਼ਾਂ ਤੇ ਹੀ ਲੈ ਲਏ, ਜਾਂ ਜਿਹੜੀ ਵੀ ਜਿਵੇਂ ਕਿਸੇ ਵਿਧਾਨ ਸਭਾ ਚੋਣਾਂ 'ਚ ਪਾਰਟੀ ਸਪੈਸ਼ਲ ਚੱਲਦੀ ਸੀ, ਅੱਜ ਕੱਲ੍ਹ ਕੋਈ ਹੋਰ ਚੱਲਦੀ ਸੀ। ਮਤਲਬ ਵਿਧਾਨ ਸਭਾ ਤਾਂ ਛੱਡੋ, ਲੋਕਲ ਜਿਹੜੀਆਂ MC ਦੀਆਂ ਚੋਣਾਂ ਹੋ ਕੇ ਹਟੀਆਂ ਉਹਨਾਂ ਵਿੱਚ ਵੀ 10-10 20-20 ਲੱਖ ਰੁਪਇਆ ਇੱਕ ਕੈਂਡੀਡੇਟ ਨੇ ਲਗਾ ਦਿੱਤਾ ਹੈ ਇਸੇ ਚੀਜ਼ ਦੇ ਉੱਤੇ। ਫਿਰ ਅਸੀਂ ਹੱਕ ਕਿਸ ਤਰ੍ਹਾਂ ਜਤਾ ਸਕਦੇ ਹਾਂ? ਜਿਹੜੀ ਇਨਫਰਾਸਟ੍ਰਕਚਰ ਸਾਨੂੰ ਬੇਸਿਕ ਸਾਡੀ ਨੀਡਸ ਹੈ, ਸਾਡੀਆਂ ਜ਼ਰੂਰਤਾਂ ਹੈ, ਅਸੀਂ ਉਹਦੀ ਕਿਸ ਤਰ੍ਹਾਂ ਮੰਗ ਕਰਦੇ ਹਾਂ? ਇਹੋ ਜਿਹੇ ਜਦੋਂ ਸਾਡੇ ਤੇ ਐਮਰਜੈਂਸੀ ਆ ਜਾਂਦੀ ਹੈ, ਨਹੀਂ ਕਰ ਸਕਦੇ ਅਸੀਂ। ਬਿਲਕੁਲ ਨਹੀਂ ਜੀ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ। ਮੈਂ ਇਹਦੇ ਨਾਲ ਸਹਿਮਤ ਹਾਂ ਤੁਹਾਡੀ ਗੱਲ ਨਾਲ। ਗੱਲ ਕਰਾਂਗੇ ਦੋਸਤੋ ਹੁਣ, ਕਿਉਂਕਿ ਅਕਸਰ ਲੋਕ ਡਰ ਰਹੇ ਨੇ। ਕੋਈ ਕਹਿ ਰਿਹਾ ਵੀ ਜੇ ਅਸੀਂ ਇੰਜੈਕਸ਼ਨ ਲਗਾ ਲਿਆ ਤਾਂ ਸਾਨੂੰ ਕਰੋਨਾ ਹੋ ਜਾਏਗਾ, ਕੋਈ ਕਹਿੰਦਾ ਜੇ ਇੰਜੈਕਸ਼ਨ ਲਗਾ ਲਿਆ ਤਾਂ ਸਾਨੂੰ ਬੁਖਾਰ ਹੋ ਜਾਏਗਾ, ਪਤਾ ਨਹੀਂ ਕੀ ਹੋ ਜਾਏਗਾ, ਕੋਈ ਕਹਿ ਰਿਹਾ ਇੰਜੈਕਸ਼ਨਾਂ ਦੀ ਜ਼ਰੂਰਤ ਹੀ ਹੈ ਨਹੀਂ ਕਿਉਂਕਿ ਸਾਨੂੰ ਹੋ ਹੀ ਨਹੀਂ ਸਕਦਾ, ਸਾਡੀ ਇਮਿਊਨੇਸ਼ਨ ਇੰਨੀ ਵਧੀਆ ਹੈ। ਡਾਕਟਰ ਸਾਹਿਬ ਸਾਡੀਆਂ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰਨਗੇ। ਡਾਕਟਰ ਸਾਹਿਬ, ਇਹ COVID-19 ਦਾ ਇੰਜੈਕਸ਼ਨ ਜਦੋਂ ਤੋਂ ਆਇਆ ਹੈ ਤਾਂ ਬਹੁਤ ਜ਼ਿਆਦਾ ਸ਼ੰਕਾਵਾਂ ਲੋਕਾਂ ਦੇ ਮਨ ਦੇ ਵਿੱਚ ਹੈਗੀਆਂ ਨੇ, ਕਿਉਂ? ਦੇਖੋ, ਸ਼ੁਰੂ ਤੋਂ ਨਵੀਂ ਚੀਜ਼ ਡਿਵੈਲਪ ਹੋਈ ਹੈ, ਕਿਉਂਕਿ ਉਹਦਾ ਜਿਹੜਾ ਕਲੀਨਿਕਲ ਟਰਾਇਲ ਉਨਾ ਜ਼ਿਆਦਾ ਨਹੀਂ ਹੋਇਆ, ਇਸ ਕਰਕੇ ਲੋਕਾਂ ਨੂੰ ਸ਼ੁਰੂ 'ਚ ਸ਼ੱਕ ਸੀਗਾ।
ਲੇਕਿਨ ਜੀ ਇੰਜੈਕਸ਼ਨ ਲੱਗਦਾ ਰਿਹਾ, ਟੀਕਾਕਰਨ ਸ਼ੁਰੂ ਹੋਇਆ, ਉਹਦੇ ਰਿਜ਼ਲਟ ਬਿਲਕੁਲ ਠੀਕ ਹੈ। ਜਿਨ੍ਹਾਂ ਲੋਕਾਂ ਨੇ ਪਹਿਲਾ ਤੇ ਦੂਜੀ ਡੋਜ਼ ਲਗਵਾਈ ਹੈ ਉਹ ਬਹੁਤ ਅੱਛਾ, ਜੇ ਬਾਕੀ ਜਿਹੜੇ ਲੋਕ ਉਹਨਾਂ ਨੂੰ ਵੀ ਲਗਵਾਉਣੀ ਚਾਹੀਦੀ ਹੈ। ਜਿਨ੍ਹਾਂ ਨੇ ਵੈਕਸੀਨੇਸ਼ਨ ਕਰਵਾ ਲਈ ਉਹਨਾਂ ਨੂੰ ਕਰੋਨਾ ਇਹ ਨਹੀਂ ਵੀ 100% ਨਹੀਂ ਹੋਊਗਾ ਜੀ, 70 ਤੋਂ 80% ਉਹਨਾਂ ਨੂੰ ਨਹੀਂ ਹੁੰਦਾ। ਜੇ ਕੋਈ ਬਹੁਤ ਹੀ ਰੱਬ ਨਾਲ ਜੇ ਹੋ ਗਿਆ ਤਾਂ ਬਹੁਤ ਘੱਟ ਉਹਦੇ ਲੈਵਲ ਤੇ ਤਾਂ ਇਸ ਲੈਵਲ ਦਾ ਹੋਊਗਾ ਵੀ ਇਹ ਨਹੀਂ ਹੋ ਵੈਂਟੀਲੇਟਰ ਤੇ ਜਾਏਗਾ ਜਾਂ ਡੈਥ ਹੋ ਜਾਏਗੀ। ਇਸ ਕਰਕੇ ਪਬਲਿਕ ਨੂੰ ਚਾਹੀਦਾ ਸਾਰਾ ਜੋ ਗਵਰਨਮੈਂਟ ਦੀ ਗਾਈਡਲਾਈਨ ਹੈ ਉਸ ਹਿਸਾਬ ਨਾਲ ਪਹਿਲਾ ਟੀਕਾ ਲਗਵਾਉਣ। ਹੁਣ ਤਾਂ 1 ਮਈ ਤੋਂ 18 ਸਾਲ ਤੋਂ ਉੱਪਰ ਬੱਚੇ ਜਿਹੜੇ ਲੋਕ ਉਹਨਾਂ ਨੂੰ ਵੀ ਅਲਾਉ ਕਰ ਦਿੱਤਾ, ਸਾਰੇ ਲਗਵਾਉਣ, ਵਾਰੀ ਜਾਣ, ਜਿਸ ਤਰ੍ਹਾਂ ਜਿਨ੍ਹਾਂ ਦੀ ਵਾਰੀ ਆਉਂਦੀ ਟੀਕਾ ਲਗਵਾਉਣ ਤੇ ਸੈਕੰਡ ਡੋਜ਼ ਵੀ ਲਗਵਾਉਣ। ਲੇਕਿਨ ਇੱਕ ਸ਼ਮੀ ਜੀ ਸਭ ਤੋਂ ਜਿਹੜਾ ਇੰਪੋਰਟੈਂਟ ਕੰਮ ਹੈ ਟੀਕਾਕਰਨ ਦੇ ਨਾਲ ਨਹੀਂ ਮੁੱਕਦਾ, ਉਹ ਸਾਡਾ ਕੋਵਿਡ ਐਪਰੋਪਰੀਏਟ ਬਿਹੇਵੀਅਰ ਚਾਹੀਦਾ ਜੀ। ਚਾਹੇ ਮੈਂ ਅੱਜ ਇੰਜੈਕਸ਼ਨ ਲਗਵਾ ਲਿਆ, ਮੈਂ ਮਾਸਕ ਲਗਾਉਣਾ ਹੀ ਲਗਾਉਣਾ ਹੈ, ਮੈਂ ਸੋਸ਼ਲ ਡਿਸਟੈਂਸਿੰਗ ਰੱਖਣੀ, ਮੈਂ ਸੈਨੀਟਾਈਜ਼ਰ ਯੂਜ਼ ਕਰਨਾ ਹੀ ਕਰਨਾ। ਇਹ ਅੱਜ ਆਪਾਂ ਟੀਕਾ ਲਵਾ ਲਿਆ, ਮਿਨੀਮਮ 2 ਹਫ਼ਤੇ ਐਂਟੀਬਾਡੀ ਬਣਨੇ ਨੂੰ ਲੱਗਦੇ ਹੈ, 4 ਹਫ਼ਤੇ ਤੱਕ ਬਣਦੇ, ਫਿਰ ਆਪਾਂ ਸੈਕੰਡ ਲਗਵਾਉਣਾ, ਫਿਰ ਸੈਕੰਡ ਲਗਵਾ ਕੇ ਵੀ ਆਪਾਂ ਕੋਵਿਡ ਐਪਰੋਪਰੀਏਟ ਬਿਹੇਵੀਅਰ ਰੱਖਣਾ। ਅਸੀਂ ਦੇਖਿਆ ਲੋਕ ਟੀਕਾ ਲਗਵਾ ਲੈਂਦੇ ਵੀ ਚਲੋ ਹੁਣ ਸਾਡੀ ਜ਼ਿੰਮੇਵਾਰੀ ਮੁੱਕ ਗਈ, ਹੁਣ ਤਾਂ ਟੀਕਾ ਲਗਵਾ ਲਿਆ, ਸਾਨੂੰ ਵੈਕਸੀਨੇਸ਼ਨ ਕਰਾ ਲਈ, ਸਾਨੂੰ ਕੁਝ ਨਹੀਂ ਹੁੰਦਾ। ਇਹ ਸਾਨੂੰ ਧਿਆਨ ਰੱਖਣਾ ਪੈਣਾ। ਇਹ ਧਿਆਨ ਰੱਖਣਾ ਪੈਣਾ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਇੱਕ ਡਾਕਟਰ ਸਾਹਿਬ ਤੁਹਾਡੇ ਕੋਲ ਹੋਰ ਪੁੱਛਾਂ, ਹਾਂਜੀ ਸਰ, ਇਹ ਟੀਕਾ ਲਗਾਉਣ ਤੋਂ ਬਾਅਦ ਬਹੁਤ ਸਾਰੀ ਲੋਕਾਂ ਨੇ ਕਿਹਾ ਸਾਨੂੰ ਬੁਖਾਰ ਹੋ ਗਿਆ, ਅਜਿਹਾ ਕਿਉਂ? ਇਹ ਤਾਂ ਸਰ ਤੁਸੀਂ ਜਿੰਨੀ ਵੈਕਸੀਨੇਸ਼ਨ ਆਪਾਂ ਯਾਦ ਕਰੀਏ, BCG ਲਗਵਾਉਂਦੇ ਸੀ, ਸਮਾਲ ਪੌਕਸ ਲਗਾਉਂਦੇ ਸੀ, ਆਪਾਂ ਛੋਟੇ ਹੁੰਦੇ ਲਗਵਾਉਂਦੇ ਸੀ, ਜਿਹੜਾ ਵੀ ਆਪਾਂ ਟੀਕਾ ਲਗਵਾਉਂਦੇ ਸੀ ਬੁਖਾਰ ਸਭ ਨੂੰ ਚੜ੍ਹਦਾ ਸੀ। ਐਂਟੀਬਾਡੀਜ਼ ਕ੍ਰੀਏਟ ਹੁੰਦੀਆਂ ਤਾਂ ਹੁੰਦਾ? ਐਂਟੀਬਾਡੀ ਤਾਂ ਹੌਲੀ 2 ਹਫ਼ਤੇ 'ਚ ਬਣਦੇ ਆ, ਲੇਕਿਨ ਉੱਥੇ ਪੇਨ ਹੋ ਜਾਂਦੀ, ਟੈਂਡਰਨੈਸ ਹੋ ਜਾਂਦੀ ਜਿਸ ਸਾਈਡ ਤੇ, ਉਹ ਵੀ ਥੋੜਾ ਬਹੁਤਾ ਹੋ ਜਾਂਦਾ। ਇਸ ਕਰਕੇ ਤੁਸੀਂ ਉਹਦਾ ਡੋਲੋ ਜਾਂ ਪੈਰਾਸਟਾਮੋਲ ਟੈਬਲੇਟ ਲੈ ਲਓ, ਠੀਕ ਹੈ ਜੀ। ਉਹ ਜਿਸ ਦਿਨ ਲਵਾਇਆ ਇੰਜੈਕਸ਼ਨ ਲੈ ਲਓ, ਅਗਲੇ ਦਿਨ ਫੇਰ ਇੱਕ ਲੈ ਲਓ। ਜੇ ਬੁਖਾਰ ਹੈ ਕਦੀ ਗੋਲੀ ਹੋਰ ਲੈ ਲਓ, ਬਾਕੀ ਫਿਰ ਠੀਕ ਹੋ ਜਾਂਦਾ, ਕੋਈ ਗੱਲ 24 ਘੰਟੇ ਦੀ ਬੰਦਾ। ਵੀਕਨੈਸ ਵੀ ਆਉਂਦੀ ਹੈ? ਨਹੀਂ, ਉਹ ਥੋੜੀ ਬਹੁਤੀ ਪੇਨ ਸਪੂਨਸ ਕਈ ਕੰਪਲੇਂਟ ਕਰਦੇ ਆ, ਵੀਕਨੈਸ ਨਹੀਂ ਜ਼ਿਆਦਾ ਲੋਕਾਂ ਨੂੰ ਵੀਕਨੈਸ ਨਹੀਂ ਹੁੰਦੀ। ਮੇਨ ਹੈ ਵੀ ਆਪਾਂ ਟੀਕਾ ਲਗਵਾ ਕੇ ਵੈਕਸੀਨੇਸ਼ਨ ਕਰਾ ਕੇ ਇੱਕ ਤੋਂ ਬਾਅਦ ਦੂਜੀ ਟਾਈਮ ਪਰ ਕਰਾ ਲੈਣੀ, ਜਿਸ ਤਰ੍ਹਾਂ ਕਹਿੰਦੇ 6 ਤੋਂ 8 ਵੀਕ ਦੇ ਵਿੱਚ ਹੁਣ ਆਪਾਂ ਕਰਾਉਂਦੇ ਆ। ਤੇ ਇੱਕ ਆਪਾਂ ਕੋਵਿਡ ਐਪਰੋਪਰੀਏਟ ਬਿਹੇਵੀਅਰ ਰੱਖਣਾ, ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਜਿਹੜਾ ਆਪਾਂ ਰੱਖਣੀ। ਬਿਲਕੁਲ ਸਹੀ ਗੱਲ ਹੈ। ਇਹਨਾਂ ਨੇ ਬਿਲਕੁਲ ਸਹੀ ਕਿਹਾ ਵੀ ਇਹ ਕਰਨਾ ਚਾਹੀਦਾ। ਇੱਕ ਗੱਲ ਮੈਂ ਤੁਹਾਡੇ ਨਾਲ ਜਿਹੜੀ ਕਰਨੀ ਚਾਹਾਂਗਾ ਵੀ ਇੰਨਾ ਹੋਣ ਦੇ ਬਾਵਜੂਦ, ਕਿਉਂਕਿ ਇੰਨੀਆਂ ਹਦਾਇਤਾਂ ਹੋਣ ਦੇ ਬਾਵਜੂਦ ਕੁੰਭ ਵਰਗੇ ਮੇਲੇ ਲੱਗ ਰਹੇ ਆ, ਹੋਲਾ ਮਹੱਲਾ ਵਿਸਾਖੀ ਵਰਗੇ ਮੇਲੇ ਮਨਾਏ ਜਾ ਰਹੇ ਹੈ, ਹੁਣ 400 ਸਾਲਾ ਮਨਾਇਆ ਜਾ ਰਿਹਾ ਹੈ। ਧਾਰਮਿਕ ਪੱਖ ਕਿਤੇ ਨਾ ਕਿਤੇ ਹਾਵੀ ਹੋ ਜਾਂਦਾ ਹੈ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਆ ਕੇ। ਦੇਖੋ ਸਰ, ਗੱਲ ਇਸ ਤਰ੍ਹਾਂ ਹੈ ਕਿ ਧਰਮ ਦਾ ਬਹੁਤ ਵੱਡਾ ਮਹੱਤਵ ਹੈ। ਜਦੋਂ ਪ੍ਰੋਫੈਸਰ ਮਨਜੀਤ ਸਿੰਘ ਸੀਗੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ, ਤੇ ਉਹਨਾਂ ਨੇ ਪਰੰਪਰਾ ਸ਼ੁਰੂ ਕੀਤੀ ਸੀ ਪੌਦਿਆਂ ਦਾ ਪ੍ਰਸ਼ਾਦ ਦੇਣ ਦੀ ਜੀ। ਤੇ ਉਹ ਪੌਦੇ ਜਿਹੜੇ ਬੰਦੇ ਲੈ ਜਾਂਦੇ ਸੀਗੇ ਉਹ ਲਗਾਉਂਦੇ ਵੀ ਸੀ। ਇਸ ਤਰ੍ਹਾਂ ਹੀ ਜਿਹੜੇ ਧਾਰਮਿਕ ਜਿੱਦਾਂ ਜੂਨਾ ਅਖਾੜਾ ਹੈ, ਉਹਨਾਂ ਨੇ ਵਿਡਰਾ ਕਰ ਲਿਆ ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਕਿ ਅਸੀਂ ਕੁੰਭ ਨੂੰ ਖਤਮ ਕਰ ਦਾਂਗੇ। ਪਰ ਜਿਹੜੇ ਦੂਸਰੇ ਕੁਝ ਲੋਕ ਹੈ ਉਹ ਕਹਿੰਦੇ ਨਹੀਂ, ਇਹ ਕੁੰਭ ਇੱਦਾਂ ਹੀ ਚੱਲੇਗਾ। ਅੱਛਾ, ਉਹਨਾਂ 'ਚ ਵੀ ਇੱਕ ਪ੍ਰੈਸ ਕਾਨਫਰੰਸ ਮੈਂ ਉਹਨਾਂ ਦੀ ਸੁਣਿਆ, ਜਿਹੜੇ ਸੰਤ ਮਹਾਤਮਾ ਕਹਿ ਰਹੇ ਸੀਗੇ ਕਿ ਕੁੰਭ ਨੂੰ ਤਾਂ ਤੁਸੀਂ ਖਤਮ ਕਰਨ ਲਈ ਕਹਿ ਰਹੇ ਹੋ, ਬੰਗਾਲ ਦੇ ਵਿੱਚ ਚੋਣ ਰੈਲੀਆਂ ਚੱਲ ਰਹੀਆਂ। ਫਿਰ ਉਹਨਾਂ ਦਾ ਵੀ ਤਰਕ ਠੀਕ ਲੱਗਦਾ ਸੀਗਾ ਵੀ ਜੇ ਚੋਣ ਰੈਲੀ ਚੱਲ ਰਹੀ ਹੈ, ਫਿਰ ਕੁੰਭ ਵੀ ਚੱਲ ਰਿਹਾ, ਫਿਰ ਹੋਰ ਧਾਰਮਿਕ ਸਮਾਗਮ ਵੀ ਚੱਲਣੇ ਚਾਹੀਦੇ ਆ। ਤੇ ਕਿਉਂ ਨਾ ਇੱਦਾਂ ਦਾ ਹੋਵੇ ਕਿ ਧਾਰਮਿਕ ਜਿਹੜੇ ਆਗੂ ਹੈ ਉਹ ਵੀ ਸਮਝਣ, ਦੇਸ਼ ਦੇ ਪ੍ਰਧਾਨ ਮੰਤਰੀ ਵੀ ਸਮਝਣ, ਆਪੋਜੀਸ਼ਨ ਦੇ ਲੀਡਰ ਵੀ ਸਮਝਣ, ਜਿਵੇਂ ਰਾਹੁਲ ਗਾਂਧੀ ਜੀ ਨੇ ਹੁਣ ਕਿਹਾ। ਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਵੀ ਰੈਲੀਆਂ ਰੱਦ ਕੀਤੀਆਂ ਤੇ ਮੋਦੀ ਸਾਹਿਬ ਨੇ ਵੀ ਰੱਦ ਕੀਤੀਆਂ। ਕਿਉਂ ਨਾ ਇਹ ਪਹਿਲਾਂ ਹੀ ਹੋ ਜਾਂਦਾ? ਬਿਲਕੁਲ ਸਹੀ ਗੱਲ ਹੈ। ਮਤਲਬ ਕਿਤੇ ਨਾ ਕਿਤੇ ਸਿਆਸਤਦਾਨਾਂ ਦੀ ਕਥਨੀ ਤੇ ਕਰਨੀ 'ਚ ਜਿਹੜਾ ਫਰਕ ਹੈ ਉਹ ਹਰੇਕ ਚੀਜ਼ ਦੇ ਉੱਤੇ ਭਾਰੂ ਆ ਰਿਹਾ। ਜੇ ਅਸੀਂ ਧਾਰਮਿਕ ਆਗੂਆਂ ਨਾਲ ਗੱਲ ਕਰਦੇ ਹਾਂ ਤਾਂ ਜੇ ਉਹ ਕਹਿ ਦਿੰਦੇ ਨੇ ਜੀ ਰੈਲੀਆਂ ਬੰਦ ਕਰਾਓ ਪਹਿਲਾਂ, ਅਗਰ ਰੈਲੀਆਂ ਬੰਦ ਕਰਾ ਦੇਣਗੇ ਪੱਛਮੀ ਬੰਗਾਲ ਤੇ 4 ਸਟੇਟਾਂ ਹੋਰ ਜਿੱਥੇ ਇਲੈਕਸ਼ਨ ਹੋ ਰਹੇ ਨੇ, ਤਾਂ ਅਸੀਂ ਧਾਰਮਿਕ ਸਮਾਗਮ ਵੀ ਬੰਦ ਕਰਾ ਲਾਂਗੇ। ਜੇ ਉਹਨਾਂ ਨਾਲ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਜਦੋਂ ਕੁੰਭ ਵਰਗਾ ਮੇਲਾ ਲੱਗ ਸਕਦਾ ਹੈਗਾ, ਜਦੋਂ ਹੋਰ ਮੇਲੇ ਲੱਗ ਸਕਦੇ ਨੇ, ਤਾਂ ਫਿਰ ਰੈਲੀਆਂ 'ਚ ਕੀ ਪ੍ਰੋਬਲਮ ਹੈ? ਉਹ ਰੈਲੀਆਂ ਵੀ ਸੀਮਤ ਕਰਤੀਆਂ, 500 ਬੰਦਿਆਂ ਦੀ ਰੈਲੀ ਹੋਏਗੀ ਜੀ, ਤਾਂ ਜ਼ਿਆਦਾ ਨਹੀਂ ਹੋਏਗੀ। ਸੋ ਇਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਗੁਰਪ੍ਰੀਤ ਗਰੇਵਾਲ ਜੀ ਦੀ ਗੱਲ ਠੀਕ ਹੈ, ਇੱਕ ਮੰਚ ਬਣਾਉਣਾ ਪਏਗਾ, ਚਾਹੇ ਉਹ ਸਿਆਸਤਦਾਨ ਹੈ ਤੇ ਚਾਹੇ ਉਹ ਧਾਰਮਿਕ ਨੇਤਾ ਨੇ। ਇਹਨਾਂ ਨੂੰ ਇੱਕ ਮੰਚ ਬਣਾਉਣਾ ਪਏਗਾ, ਉਹਦੇ ਤੇ ਆਉਣਾ ਪਏਗਾ, ਔਰ ਇਹ ਸਾਰੇ ਦੇਸ਼ ਦਾ ਭਲਾ ਤਾਂ ਹੀ ਹੋਏਗਾ ਅਗਰ ਇੱਕ ਮੰਚ ਤੇ ਇੱਕ ਆਵਾਜ਼ ਦੇ ਨਾਲ ਕੋਈ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ। ਦੂਸਰੀ ਗੱਲ ਇਹ, ਬਹੁਤ ਸਾਰੇ ਮੈਚਿਸ ਕੀਤੇ ਜਾ ਰਹੇ ਨੇ, IPL ਵਰਗਾ ਟੂਰਨਾਮੈਂਟ ਕਰਾਇਆ ਜਾ ਰਿਹਾ। ਕੀ ਜ਼ਰੂਰਤ ਸੀ ਅਗਰ ਇੱਕ ਸਾਲ IPL ਨਹੀਂ ਹੁੰਦਾ?
ਸਿਰਫ BCCI ਨੂੰ ਪ੍ਰੋਫਿਟ ਦੇਣ ਦੇ ਲਈ ਉੱਥੇ IPL ਕਰਾਇਆ ਜਾ ਰਿਹਾ। ਹਾਲਾਂਕਿ ਕਿਹਾ ਜਾ ਰਿਹਾ ਜੀ ਸਟੇਡੀਅਮ 'ਚ ਦਰਸ਼ਕ ਨਹੀਂ ਹੈ, ਲੇਕਿਨ ਦਰਸ਼ਕ ਨਾ ਹੋਣ ਦੇ ਬਾਵਜੂਦ ਕੀ ਪਲੇਅਰਾਂ ਦੇ ਨਾਲ ਉੱਥੇ ਜੋ ਲੋਕ ਆਉਂਦੇ ਆ, ਸਟਾਫ ਆਉਂਦਾ ਹੈ, ਜੋ ਹੋਰ ਉੱਥੇ ਦਾ ਗਰਾਊਂਡ ਸਟਾਫ ਹੁੰਦਾ ਹੈ ਜਾਂ ਜੋ ਉੱਥੇ ਸਪਾਂਸਰਸ ਨੇ ਉਹਨਾਂ ਦੇ ਲੋਕ ਪੁੱਜਦੇ ਨੇ, ਕਿ ਉਹ ਕਰੋਨਾ ਤੋਂ ਬਗੈਰ ਹੋਣਗੇ, ਕਿ ਉਹਨਾਂ ਨੂੰ ਕਰੋਨਾ ਨਹੀਂ ਹੋ ਸਕਦਾ, ਕਿ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਹੈ। ਬਹੁਤ ਚੀਜ਼ਾਂ ਨੇ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦੇ ਵਿੱਚ ਮੈਰਾਥਨ ਕਰਾਈ ਗਈ। ਵੈਸੇ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਕੋਈ ਦੇ ਹੀ ਨਹੀਂ ਰਹੇ 20 ਤੋਂ ਵੱਧ ਬੰਦਿਆਂ ਨੂੰ ਪਰਮਿਸ਼ਨ, ਲੇਕਿਨ ਉਸ ਮੈਰਾਥਨ ਦੇ ਵਿੱਚ ਹਜ਼ਾਰਾਂ ਲੋਕ ਭੱਜੇ। ਕਿਉਂ ਭਜਾਇਆ ਗਿਆ ਉਹਨਾਂ ਨੂੰ? ਕਿ ਸਰਕਾਰ ਦੀ ਆਪਣੀ ਕਥਨੀ ਕਰਨੀ ਦੇ ਵਿੱਚ ਕਿਉਂ ਫਰਕ ਆ ਜਾਂਦਾ ਇਸ ਤਰ੍ਹਾਂ ਦਾ? ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਣਗੀਆਂ, ਕਰਨੀਆਂ ਪੈਣਗੀਆਂ। ਕਿਤੇ ਨਾ ਕਿਤੇ ਇੱਕ ਗੱਲ ਗੁਰਪ੍ਰੀਤ ਜੀ ਤੁਹਾਡੇ ਨਾਲ ਮੈਂ ਕਰਨਾ ਚਾਹਾਂਗਾ। ਕਹਿੰਦੇ ਜੀ ਕਰੋਨਾ ਸਭ ਤੋਂ ਪਹਿਲਾਂ ਚੀਨ ਦੇ ਵਿੱਚ ਆਇਆ। ਚੀਨ ਦੇ ਵਿੱਚ ਦੂਸਰੀ ਵੇਵ UK ਦੀ ਨਹੀਂ ਆਈ, UK ਸਟ੍ਰੇਨ ਉੱਥੇ ਨਹੀਂ ਆਇਆ, ਵੇਰੀਐਂਟ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਕਿਹਾ ਜਾਂਦਾ ਵੀ ਉੱਥੇ ਜੀ ਬੜੇ ਸਖਤ ਦੇ ਨਾਲ ਲਾਗੂ ਕਰ ਦਿੱਤਾ ਸੀਗਾ ਵੀ ਜਿਹੜਾ ਵੀ ਜਿਹੜੀਆਂ ਕਰੋਨਾ ਦੀਆਂ ਗਾਈਡਲਾਈਨ ਸਰਕਾਰ ਨੇ ਜਾਰੀ ਕੀਤੀਆਂ ਨੇ, ਅਗਰ ਕੋਈ ਗਾਈਡਲਾਈਨਸ ਤੋਂ ਇੱਧਰ ਉੱਧਰ ਹੋਏਗਾ ਤਾਂ ਉਹਦੇ ਵਿਰੁੱਧ ਬਹੁਤ ਕਰੜੀ ਕਾਰਵਾਈ ਕੀਤੀ ਜਾਏਗੀ, ਔਰ ਕੀਤੀ ਵੀ ਗਈ ਹੈ। ਉੱਥੇ ਬਹੁਤ ਸਾਰੀਆਂ ਜੇਲ੍ਹਾਂ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਤੋੜਿਆ, ਨਿਯਮਾਂ ਨੂੰ ਤੋੜਿਆ ਉੱਥੇ। ਕਿ ਇਹੋ ਜਿਹੀ ਸਖਤਾਈ ਇੰਡੀਆ ਦੇ ਵਿੱਚ ਜ਼ਰੂਰਤ ਨਹੀਂ ਹੈ ਇਸ ਵਕਤ? ਇੰਡੀਆ 'ਚ ਜ਼ਰੂਰੀ ਹੈ ਜੀ। ਵੈਸੇ ਮੈਂ ਤੁਹਾਨੂੰ ਇਹ ਦੱਸਦਾ ਕਿ WHO ਦੀ ਜਿਹੜੀ ਟੀਮ ਨੇ ਹੁਣ ਉਹਨਾਂ ਉੱਥੇ ਵਿਜ਼ਿਟ ਕੀਤਾ ਸੀਗਾ, ਉਹਨਾਂ ਨੇ ਚਾਈਨਾ ਨੂੰ ਬਰੀ ਕਰਤਾ ਕਿ ਉੱਥੋਂ ਇਹ ਵਾਇਰਸ ਨਹੀਂ ਆਇਆ। ਜਿਹੜੀ WHO ਦੀ ਟੀਮ ਨੇ ਲੇਟੈਸਟ ਆਪਣੀ ਰਿਪੋਰਟ ਦਿੱਤੀ ਹੈ ਕਿ ਉੱਥੋਂ ਨਹੀਂ ਆਇਆ, ਪਰ ਜਿੱਥੋਂ ਵੀ ਆਇਆ ਜਾਂ ਜਿੱਥੇ ਵੀ ਗਿਆ, ਇੱਕ ਚੀਜ਼ ਦੇਖਣ ਵਾਲੀ ਹੈ ਕਿ ਚਾਈਨਾ ਨੇ ਉਹ ਕੰਟਰੋਲ ਇਸ ਕਰਕੇ ਕੀਤਾ ਕਿ ਉਹਨਾਂ ਨੇ ਆਪਣੇ ਨਾਗਰਿਕ ਬਚਾਏ, ਸਖਤੀ ਕੀਤੀ। ਈਵਨ ਕਈ ਜਗ੍ਹਾ ਤਾਂ ਵਿੰਡੋਜ਼ ਤੱਕ ਉਹਨਾਂ ਨੇ ਸੀਲ ਕਰਤੀਆਂ ਸੀ। ਸਾਡੇ ਹੁਣ ਪ੍ਰੋਬਲਮ ਇਹ ਹੈ ਕਿ ਸਾਡੇ ਲੋਕਡਾਊਨ ਦੇ ਵਿੱਚ ਜਿਹੜੀ ਮਰਜ਼ੀ ਸ਼ਰਾਬ ਲੈ ਲਓ, ਲੋਕਡਾਊਨ 'ਚ ਜਿਹੜਾ ਮਰਜ਼ੀ ਫਰੂਟ ਲੈ ਲਓ, ਲੋਕਡਾਊਨ 'ਚ ਜਿਹੜੀ ਮਰਜ਼ੀ ਚੀਜ਼ ਦੀ ਹੋਮ ਡਿਲੀਵਰੀ ਲੈ ਲਓ। ਇਹ ਠੀਕ ਹੈ, ਤੁਹਾਨੂੰ ਪੈਸੇ ਦੁੱਧ ਦੇ ਵੀ ਵੱਧ ਦੇਣੇ ਪੈਣਗੇ, ਸ਼ਰਾਬ ਦੇ ਵੀ ਵੱਧ ਦੇਣ ਪੈਣਗੇ। ਸਾਡੇ ਇੱਕ ਪੈਰਲਲ ਸਿਸਟਮ ਚੱਲਦਾ ਰਹਿੰਦਾ, ਤੇ ਉਹ ਜਦੋਂ ਤੱਕ ਚੱਲਦਾ ਰਹੇਗਾ ਫਿਰ ਇਹਦਾ ਲੋਕਡਾਊਨ ਦਾ ਵੀ ਕੋਈ ਫਾਇਦਾ ਨਹੀਂ ਹੋਣਾ। ਗੱਲ ਤਾਂ ਉਹੀ ਹੈ ਵੀ ਇੱਥੇ ਸਖਤੀ ਨਹੀਂ ਹੈ। ਨਿਯਮ ਤਾਂ ਬਣਾ ਦਿੱਤੇ ਜਾਂਦੇ ਆ, ਲੇਕਿਨ ਨਿਯਮਾਂ ਦੀ ਸਖਤੀ ਨਾਲ ਪਾਲਣਾ ਨਹੀਂ ਕਰਵਾਈ ਜਾ ਰਹੀ। ਕਿਤੇ ਨਾ ਕਿਤੇ ਜਿਹੜਾ ਉਹ ਲੂਜ਼ਨੈਸ ਹੈ ਉਹਦਾ ਅਸੀਂ ਸਾਰੇ ਲੋਕ ਫਾਇਦਾ ਲੈਂਦੇ। ਅਸੀਂ ਜਾਣਦੇ ਹਾਂ ਕਿ 8 ਵਜੇ ਕਰਫਿਊ ਸ਼ੁਰੂ ਹੋ ਜਾਣਾ ਹੈ, ਲੇਕਿਨ ਇਸ ਦੇ ਬਾਵਜੂਦ 9-9 10-10 ਵਜੇ ਤੱਕ ਅਸੀਂ ਦੁਕਾਨਾਂ ਖੋਲ੍ਹ ਕੇ ਰੱਖਦੇ ਹਾਂ। ਵੀ ਸਰਕਾਰ ਆਉਂਦੀ ਹੈ, ਪੁਲਿਸ ਵਾਲੇ ਆਉਂਦੇ ਨੇ, ਉਹ ਵੀ ਟਕ ਟਕ ਕਰਕੇ ਕਹਿੰਦੇ ਨੇ ਬੰਦ ਕਰੋ ਜੀ ਇਹਨਾਂ ਨੂੰ, ਲੇਕਿਨ ਫਿਰ ਵੀ ਉਹੀ ਚੱਲਿਆ ਰਹਿੰਦਾ। ਮਤਲਬ ਪੁਲਿਸ ਵੀ ਕਿੱਥੋਂ ਤੱਕ ਆ ਕੇ ਕਿੰਨੀ ਕੁ ਵਾਰ ਰੁਕੀ? ਪੁਲਿਸ ਦੁਕਾਨਾਂ ਬੰਦ ਕਰਾਏਗੀ, ਪੁਲਿਸ ਤੁਹਾਡੀਆਂ ਲਾਸ਼ਾਂ ਚੱਕ ਕੇ ਹਸਪੀਟਲ ਪਹੁੰਚਾਏਗੀ, ਪੁਲਿਸ ਜਾ ਕੇ ਸੰਸਕਾਰ ਕਰਾਏਗੀ। ਪੁਲਿਸ ਇੱਕ ਪੁਲਿਸ ਕੀ ਕਰੇਗੀ? ਸਖਤੀ ਕਰਦੀ ਹੈ ਤਾਂ ਵੀ ਮਰਦੇ, ਨਾ ਕਰਦੇ ਤਾਂ ਵੀ ਮਰਦੇ। ਲੇਕਿਨ ਲੋਕ ਸੋਚਣ ਵੀ ਅਸੀਂ ਕਰੋਨਾ ਨਾਲ ਨਹੀਂ ਮਰਨਾ, ਤਾਂ ਕਿਤੇ ਨਾ ਕਿਤੇ ਅਵੇਅਰਨੈਸ ਆ। ਡਾਕਟਰ ਸਾਹਿਬ, ਇਹ ਅਵੇਅਰਨੈਸ ਜੇ ਤੁਸੀਂ ਕਹਿੰਦੇ ਸਿਹਤ ਵਿਭਾਗ ਆਪਣੇ ਲੈਵਲ ਦੇ ਉੱਤੇ ਕਰਦਾ ਹੈ, ਸਾਰਾ ਕੁਝ ਕਰਦਾ ਹੈਗਾ, ਤੁਸੀਂ ਕੀ ਸਮਝਦੇ ਹੋ ਵੀ ਹੋਰ ਕੀ ਕਰਨਾ ਚਾਹੀਦਾ ਇਸ ਵਕਤ ਸਰਕਾਰ ਨੂੰ? ਮੈਂ ਤਾਂ ਕਹਿੰਦਾ ਜੀ ਇਹ ਜਿਹੜਾ ਟਾਈਮ ਆ ਗਿਆ ਕਿ ਨਹੀਂ, ਇਸ ਟਾਈਮ ਬਹੁਤ ਜ਼ਿਆਦਾ ਕਰੋਨਾ ਵਧਿਆ ਵਾ। ਆਪਾਂ ਸਾਰੇ ਲੋਕਾਂ ਨੂੰ ਇਕੱਲਾ ਸਿਹਤ ਵਿਭਾਗ 'ਤੇ ਨਹੀਂ ਡਿਪੈਂਡ ਕਰਨਾ। ਸਿਹਤ ਵਿਭਾਗ ਤਾਂ ਹੈ ਤੁਹਾਡੀ ਮਦਦ ਕਰਨ ਲਈ। ਸਾਰੇ, ਜਿਸ ਤਰ੍ਹਾਂ ਗੁਰਪ੍ਰੀਤ ਜੀ ਨੇ ਦੱਸਿਆ, ਪੋਲੀਟੀਕਲ ਲੋਕ ਇੱਕ ਪਲੇਟਫਾਰਮ 'ਤੇ ਆ ਜਾਣ, ਸਾਰੇ ਰਿਲੀਜੀਅਸ ਲੋਕ ਇੱਕ ਪਲੇਟਫਾਰਮ 'ਤੇ ਆ ਜਾਣ, ਸਾਰੇ ਪਬਲਿਕ ਇੱਕ ਪਲੇਟਫਾਰਮ 'ਤੇ ਆ ਜਾਣ, ਤੇ ਅਸੀਂ ਸਾਰੀ ਮਾਨਵਤਾ ਨੂੰ ਬਚਾਉਣਾ ਹੈ। ਜੇ ਅਸੀਂ ਸਾਰੇ ਕੋਵਿਡ ਦੇ ਐਪਰੋਪ੍ਰੀਏਟ ਬਿਹੇਵੀਅਰ ਪਾਲਣ ਕਰਾਂਗੇ, ਮਾਸਕ ਲਗਾਵਾਂਗੇ, ਗੌਰਮੈਂਟ ਦੀ ਗਾਈਡਲਾਈਨ ਮੰਨਾਂਗੇ, ਤਾਂ 10-15 ਦਿਨਾਂ ਵਿੱਚ ਤੁਸੀਂ ਦੇਖ ਲਓ ਮਤਲਬ ਇੰਨਾ ਜ਼ਿਆਦਾ ਘਟ ਜਾਏਗਾ, ਜੇ ਪਿਛਲੇ ਸਾਲ ਤੋਂ ਵੀ ਜ਼ਿਆਦਾ ਘਟ ਜਾਏਗਾ। ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਆਪਣਾ ਮਾਸਕ ਲਗਾਈਏ, ਸੋਸ਼ਲ ਡਿਸਟੈਂਸਿੰਗ ਕਰੀਏ, ਸੈਨੀਟਾਈਜ਼ਰ ਯੂਜ਼ ਕਰੀਏ ਜਿਸ ਟਾਈਮ ਜ਼ਰੂਰਤ ਹੋਵੇ, ਤੇ ਸਾਰੇ ਲੋਕ ਆਪਾਂ ਇਕੱਠੇ ਹੋ ਕੇ ਇਹ ਸੋਚੀਏ ਵੀ ਇਹ ਸਾਡੇ ਸਾਰਿਆਂ ਦਾ ਫਾਇਦਾ ਹੈ, ਮਾਨਵਤਾ ਦਾ ਫਾਇਦਾ ਹੈ। ਅਸੀਂ ਸਾਰੇ ਇਹਨਾਂ ਗਾਈਡਲਾਈਨ ਨੂੰ ਮੰਨੀਏ ਤੇ ਅਸੀਂ ਸਾਰੇ ਜਲਦੀ ਤੋਂ ਜਲਦੀ ਤੰਦਰੁਸਤ ਹੋਈਏ। ਇਹ ਬੜੀ ਫੇਟਲ ਡਿਜ਼ੀਜ਼ ਹੈ। ਗੁਰਪ੍ਰੀਤ ਜੀ, ਇੱਕ ਗੱਲ ਹੋਰ ਤੁਹਾਡੇ ਕੋਲ ਪੁੱਛਾਂ। ਲੋਕ ਕਹਿੰਦੇ ਨੇ, ਜਦ ਅਸੀਂ ਸਾਰੇ ਜਾਣਦੇ ਹਾਂ, ਅਸੀਂ ਰੋਜ਼ ਅਖਬਾਰ 'ਚ ਪੜ੍ਹ ਲੈਂਦੇ ਵੀ ਹਰ ਰੋਜ਼ ਜਿਹੜੀ ਕੇਸਿਸ ਦੀ ਜਿਹੜੀ ਗਿਣਤੀ ਹੈ ਵੱਧ ਰਹੀ ਹੈ। ਮਤਲਬ ਜਿੰਨੇ ਕੇਸ ਮਹੀਨੇ 'ਚ ਨਹੀਂ ਸੀ ਆਏ, ਇੱਕ ਦਿਨ 'ਚ ਆ ਰਹੇ 24 ਘੰਟੇ 2,60,000 ਦੇ ਕਰੀਬ ਕੇਸ ਅਸੀਂ ਪਿਛਲੇ 24 ਘੰਟੇ 'ਚ ਕਾਊਂਟ ਕੀਤੇ ਵੀ ਹੋਏ ਹੈ। ਫਿਰ ਇੰਨਾ ਹੋਣ ਦੇ ਬਾਵਜੂਦ ਵੀ ਲੋਕਾਂ 'ਚ ਡਰ ਕਿਉਂ ਨਹੀਂ ਇਸ ਵਾਰ? ਸਰ, ਡਰ ਇਸ ਕਰਕੇ ਨਹੀਂ ਹੈ ਕਿ ਪਿਛਲੀ ਵਾਰੀ ਬੜੀ ਸਖਤੀ ਹੋਈ ਤੇ ਉਸ ਤੋਂ ਬਾਅਦ ਇੱਕਦਮ ਜਿਹੜੀ ਸਾਡਾ ਅਸੀਂ ਅਵੇਸਲੇ ਬਹੁਤ ਹੈ, ਸਾਡੀ ਪੋਲੀਟੀਕਲ ਲੀਡਰ ਵੀ ਬਹੁਤ ਅਵੇਸਲੇ ਆ। ਉਹਨਾਂ ਨੇ ਵੀ ਨਹੀਂ ਕਦੀ ਸੋਚਿਆ ਸੀਗਾ, ਜੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਅਪ੍ਰੈਲ 'ਚ ਇੱਦਾਂ ਹੋ ਜਾਣਾ, ਸ਼ਾਇਦ ਉਹ 8 ਫੇਜ਼ 'ਚ ਬੰਗਾਲ ਦੀ ਜਿਹੜੀ ਇਲੈਕਸ਼ਨ ਹੈ ਨਾ ਹੁੰਦੀ, ਕੁਝ ਉਹਦਾ ਹੋਰ ਅਲਟਰਨੇਟਿਵ ਲੱਭਿਆ ਜਾਂਦਾ। ਉਸ ਵੇਲੇ ਪੋਲੀਟੀਕਲ ਏਜੰਡਾ ਸੀ ਕਿ ਹੁਣ ਸਾਰਾ ਨਾਰਮਲ ਹੋ ਗਿਆ। ਕਿਸੇ ਨੂੰ ਉਮੀਦ ਹੀ ਨਹੀਂ ਸੀ ਕਿ ਇੱਦਾਂ ਹੋ ਜਾਏਗਾ, ਜਿੱਦਾਂ ਕਿਸੇ ਨੂੰ ਇਹ ਉਮੀਦ ਨਹੀਂ ਸੀਗੀ ਕਿ ਪਿਛਲੇ ਸਾਲ ਕਰੋਨਾ ਆ ਜਾਏਗਾ। ਹੁਣ ਇਸ ਵੇਲੇ ਅਸੀਂ ਜੋ ਕਰ ਰਹੇ ਹਾਂ, ਅਗਲੇ 2 ਸਾਲਾਂ 'ਚ ਜੋ ਹੋਣ ਵਾਲਾ ਉਹਦੀ ਉਮੀਦ ਨਹੀਂ ਹੈ। ਉਮੀਦ ਇਹ ਕੀਤੀ ਜਾਣੀ ਚਾਹੀਦੀ ਕਿ ਅਸੀਂ ਆਪਣੇ ਹੈਲਥ ਸਿਸਟਮ ਨੂੰ ਇੰਨਾ ਅੱਛਾ ਕਰ ਲਈਏ, ਆਪਣੇ ਰੂਲ
ਰੈਗੂਲੇਸ਼ਨ ਨੂੰ ਇੰਨਾ ਅੱਛਾ ਕਰ ਲਈਏ, ਆਪਣੇ ਡਿਸਪਲਿਨ ਨੂੰ ਇੰਨਾ ਅੱਛਾ ਕਰ ਲਈਏ ਕਿ ਜੋ ਆਉਣ ਵਾਲਾ ਟਾਈਮ ਹੈ ਅਸੀਂ ਉਹਦੀ ਤਿਆਰੀ ਕਰ ਲਈਏ। ਅੱਛਾ ਕਿਵੇਂ ਕਰ ਲਈਏ? ਅੱਛਾ, ਸਖਤੀ ਨਾਲ ਰੂਲਸ ਨੂੰ ਇੰਪਲੀਮੈਂਟ ਕਰਨਾ ਪਏਗਾ। ਔਰ ਦੂਜਾ ਪੋਲੀਟੀਕਲ ਵਿਲ ਦੇਖੋ ਕਿੰਨੀਆਂ ਰੈਲੀਆਂ ਹੋ ਰਹੀਆਂ ਸੀ, ਇੱਕਦਮ ਰਾਹੁਲ ਗਾਂਧੀ ਨੇ ਉਹ ਰੈਲੀਆਂ ਰੱਦ ਕੀਤੀਆਂ ਨਾ, ਮੋਦੀ ਸਾਹਿਬ ਨੇ ਵੀ ਕੀਤੀਆਂ, ਪੋਲੀਟੀਕਲ ਵਿਲ ਨਾਲ ਹੀ ਕੀਤੀਆਂ। ਤੇ ਪਹਿਲਾਂ ਜਦੋਂ ਹੁਣ ਇੰਨਾ ਨੁਕਸਾਨ ਹੋਣ ਤੋਂ ਬਾਅਦ ਨਾ ਕਰੀਏ, ਕੋਈ ਹੋਰ ਉਹਦਾ ਤਰੀਕਾ ਲੱਭਿਆ ਜਾ ਸਕਦਾ। ਐਕਚੁਅਲੀ ਜਿਹੜੀ ਇਲੈਕਸ਼ਨ ਹੈ, ਦੇਖੋ ਇਲੈਕਸ਼ਨ ਉਹਨਾਂ ਦੇ ਲਈ ਜ਼ਰੂਰੀ ਹੈ, ਹੋਟਲ ਵਾਲੇ ਲਈ ਸਮਾਨ ਵੇਚਣਾ ਜ਼ਰੂਰੀ ਹੈ। ਉਹ ਕਹਿੰਦੇ ਆਰਥਿਕ ਗਤੀਵਿਧੀਆਂ ਵੀ ਨਹੀਂ ਰੋਕੀਆਂ ਜਾ ਸਕਦੀਆਂ, ਪਰ ਜੇ ਮਨੁੱਖ ਹੀ ਨਾ ਰਿਹਾ, ਇਹ ਪਲੈਨਟ ਹੀ ਨਹੀਂ ਰਿਹਾ, ਤੇ ਕਰਾਂਗੇ ਕਿ ਕਿਹੜੀ ਆਰਥਿਕ ਗਤੀਵਿਧੀ? ਪਹਿਲਾਂ ਬੰਦੇ ਨੂੰ ਬਚਾਉਣਾ ਬੜਾ ਜ਼ਰੂਰੀ ਹੈ। ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਪ੍ਰਾਇੋਰਟੀ ਬੰਦੇ ਨੂੰ ਬਚਾਉਣਾ ਹੈ। ਪਹਿਲਾਂ ਵੈਂਟੀਲੇਟਰ ਦੀ ਕਮੀ ਸੀ ਕਿ ਕਹਿ ਰਹੇ ਸੀ ਕਿ ਵੈਂਟੀਲੇਟਰ ਨਹੀਂ ਦਿੱਤੇ ਗਏ। ਦੇਖੋ ਹਰ ਇੱਕ ਹਸਪੀਟਲ ਜਿੱਥੇ ਵੈਂਟੀਲੇਟਰ ਹੋਣਾ ਜ਼ਰੂਰੀ ਹੈ ਉੱਥੇ ਸ਼ਾਇਦ ਡਿਸਟ੍ਰਿਕਟ ਲੈਵਲ ਤੇ ਵੀ 1 ਜਾਂ 2 ਵੈਂਟੀਲੇਟਰ ਹੀ ਸੀਗੇ। ਲੇਕਿਨ ਇਸ ਵਾਰ ਜਿਹੜੀ ਕਮੀ ਆ ਗਈ ਹੈ, ਆਕਸੀਜਨ ਦੀ ਕਮੀ ਆ ਗਈ ਹੈ। ਅੱਜ ਸਿਲੰਡਰਾਂ ਦੀ ਇੰਨੀ ਕੁ ਥੋੜ ਆ ਗਈ ਹੈ ਵੀ ਰੋਜ਼ ਦੀਆਂ ਸੁਣ ਰਹੇ ਹਾਂ 12-12 13-13 ਮੌਤਾਂ ਆਕਸੀਜਨ ਦੀ ਘਾਟ ਕਰਕੇ ਹੋ ਰਹੀਆਂ। ਸੋ ਦੋਸਤੋ, ਸਾਡਾ ਮੰਤਵ ਇਸ ਮੰਚ ਤੋਂ ਡਰਾਉਣਾ ਨਹੀਂ ਹੈ, ਲੇਕਿਨ ਸਾਡਾ ਮੰਤਵ ਹੈ ਸਿਰਫ ਤੇ ਸਿਰਫ ਜਾਗਰੂਕ ਕਰਨਾ। ਸਰਕਾਰ ਅਗਰ ਕੋਈ ਹੁਕਮ ਦਿੰਦੀ ਹੈ ਤਾਂ ਸਰਕਾਰ ਦੇ ਹੁਕਮ ਨੂੰ ਇਹੋ ਜਿਹੀ ਹਾਲਤ ਦੇ ਵਿੱਚ ਮੰਨਣਾ ਸਾਡਾ ਫਰਜ਼ ਹੈ। ਪ੍ਰਸ਼ਾਸਨਿਕ ਅਧਿਕਾਰੀ ਸਾਡੇ ਲਈ ਬੈਠੇ ਹੋਏ ਨੇ ਤੇ ਉਹਨਾਂ ਨੇ ਅਗਰ ਕਿਹਾ ਹੈ ਕਿ 8 ਵਜੇ ਤੋਂ ਬਾਅਦ ਬਾਹਰ ਨਾ ਨਿਕਲੋ, ਕਿਤੇ ਨਾ ਕਿਤੇ ਕੋਈ ਖਤਰਾ ਹੈ, ਤਾਂ ਉਸ ਦਾ ਮਜ਼ਾਕ ਨਾ ਉਡਾਓ ਵੀ ਕਰੋਨਾ ਸਿਰਫ ਰਾਤ ਨੂੰ ਆਉਂਦਾ ਹੈ। ਇਹ ਸਿਰਫ ਸਾਡੇ ਰਾਤ ਨੂੰ ਜ਼ਿਆਦਾ ਇਕੱਠ ਕਰਨ ਕਰਕੇ ਹੀ ਜਿਹੜਾ ਹੈ 8 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਲਗਾਇਆ ਜਾਂਦਾ ਹੈ। ਮਜ਼ਾਕ ਉਡਾਉਣ ਜਾਂ ਮਜ਼ਾਕ ਬਣਾਉਣ ਤੋਂ ਪਹਿਲਾਂ ਸਿਰਫ ਇੰਨਾ ਸੋਚ ਲੈਣਾ ਕਿ ਜਾਨ ਹੈ ਤਾਂ ਜਹਾਨ ਹੈ। ਅਗਰ ਜ਼ਿੰਦਾ ਰਹੋਗੇ ਤਾਂ ਬਹੁਤ ਸਾਰੇ ਮੇਲੇ ਦੇਖਾਂਗੇ, ਬਹੁਤ ਸਾਰੀਆਂ ਵੋਟਾਂ ਪਾਵਾਂਗੇ, ਬਹੁਤ ਸਾਰੇ ਅਸੀਂ ਮਸਖਰੀਆਂ ਕਰਾਂਗੇ, ਬਹੁਤ ਸਾਰੇ ਮਜ਼ਾਕ ਕਰਾਂਗੇ, ਲੇਕਿਨ ਅਗਰ ਜ਼ਿੰਦਾ ਨਾ ਰਹੇ ਤਾਂ ਫਿਰ ਸਾਡਾ ਕਫਨ ਦੇ ਵਿੱਚ ਸਾਡੇ ਘਰ ਜਿਹੜੀ ਹੈ ਲਾਸ਼ ਵੀ ਨਹੀਂ ਆਣੀ, ਉਹ ਵੀ ਕਿਸੇ ਹੋਰ ਨੇ ਸੰਸਕਾਰ ਕਰਕੇ ਫੁੱਲ ਚੁੱਕ ਕੇ ਘਰ ਪਕੜਾ ਦੇਣੇ ਆ। ਸੋ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ 6 ਇੰਚ ਦਾ ਮਾਸਕ ਲਗਾਉਣਾ ਹੈ ਜਾਂ 6 ਫੁੱਟ ਦਾ ਕਫਨ ਆਪਣੇ ਉੱਤੇ ਪਾਉਣਾ ਹੈ। ਅੱਜ ਇੰਨਾ ਹੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਹੁਣ ਲੈਣੇ ਆ ਗਿਆ, ਪਰ ਜਾਣ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰਨੀ ਹੈ ਕਿ SGTV ਪ੍ਰਾਈਮ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਦਬਾ ਦਿਓ ਤਾਂ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਰਹਿ ਸਕਣ। ਫਿਲਹਾਲ ਸ਼ਮੀ ਡਾਵਰਾ, ਗੁਰਪ੍ਰੀਤ ਗਰੇਵਾਲ ਤੇ ਡਾਕਟਰ ਅਸ਼ੋਕ ਸ਼ਰਮਾ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।